ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਰਤਨਾ ਰਤਨ ਪਦਾਰਥ, ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ, ਤਿਨ ਹੱਥ ਚੜਿਆ ਰਾਮ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰ ਰਹੇ ਹਨ। ਸੰਸਾਰ ਭਰ ਦੇ ਵਿੱਚ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਆਪ ਸਭ ਸੰਗਤਾਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਹੋਣ। ਅੱਜ ਦੇ ਦਿਨ 1661 ਬਿਕਰਮੀ ਸੰਮਤ ਭਾਦਰਵ ਸੁਦੀ ਏਕਮ ਨੂੰ 1604 ਈਸਵੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਹਾਰਾਜ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਤਿਆਰ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ। ਸਵੱਜ ਦਾ ਉਹ ਦਿਹਾੜਾ ਹੈ, ਪੰਛੀ ਝਾਤ ਮਾਰਨੀ ਹੈ ਇਤਿਹਾਸ ਦੇ ਉੱਪਰ। ਪਹਿਲਾ ਪ੍ਰਕਾਸ਼ ਜਦੋਂ ਮਹਾਰਾਜ ਨੇ ਕੀਤਾ, ਕਿਵੇਂ ਸਾਰੀ ਯੋਜਨਾ ਬਣੀ, ਕੀ ਕਾਰਨ ਸਨ ਮਹਾਰਾਜ ਜੀ ਦੇ ਪਹਿਲਾ ਪ੍ਰਕਾਸ਼ ਕਰਨ ਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰੂਪ ਤਿਆਰ ਕਰਨ ਦੇ। ਬਾਣੀ ਤਾਂ ਪਹਿਲਾਂ ਹੀ ਮੌਜੂਦ ਸੀ। ਗੁਰਬਾਣੀ ਦਾ ਫਰਮਾਨ ਹੈ, ਬਾਣੀ ਵੱਜੀ ਚਹੋ ਜੁਗੀ, ਸੱਚੋ ਸੱਚ ਸੁਣਾਏ। ਬਾਣੀ ਤਾਂ ਪਹਿਲਾਂ ਹੀ ਮੌਜੂਦ ਸੀ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਣ ਕੇ ਬਾਣੀ ਨੂੰ ਪ੍ਰਗਟ ਕੀਤਾ ਹੈ, ਉਚਾਰਿਆ ਹੈ ਰਸਨਾ ਦੇ ਰਾਹੀਂ। ਇਸੇ ਤਰ੍ਹਾਂ ਬਾਕੀ ਸਰੂਪਾਂ ਦੇ ਅੰਦਰ ਬਾਣੀ ਰਚੀ ਹੈ। ਭਾਈ ਗੁਰਦਾਸ ਜੀ ਦੱਸਦੇ ਹਨ, ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ। ਆਸਾ ਹੱਥ ਕਿਤਾਬ ਕੱਛ, ਕੂਜਾ ਬਾਗ ਮਸੱਲਾ ਧਾਰੀ। ਜਦੋਂ ਮਹਾਰਾਜ ਮੱਕੇ ਦੇ ਯਾਤਰਾ 'ਤੇ ਗਏ ਨੇ, ਉਦਾਸੀ 'ਤੇ ਮੱਕਾ ਫੇਰਿਆ ਹੈ ਮਹਾਰਾਜ ਨੇ। ਉਸ ਵੇਲੇ ਮਹਾਰਾਜ ਦੇ ਕੋਲੇ ਇੱਕ ਹੱਥ ਵਿੱਚ ਸੋਟਾ ਹੈ, ਕੱਛ ਦੇ ਵਿੱਚ ਕਿਤਾਬ ਹੈ, ਜਿਹਨੂੰ ਮੁਸਲਮਾਨ ਕਿਤਾਬ ਆਉਂਦੇ ਨੇ, ਭਾਵ ਕਿ ਉਹ ਗੁਰਬਾਣੀ ਦੀ ਪੋਥੀ ਹੈ। ਇੱਥੋਂ ਸਮਝ ਆਉਂਦੀ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਵੀ ਬਾਣੀ ਉਚਾਰਦੇ ਸਨ, ਉਹ ਬਾਣੀ ਲਿਖ ਲਿਆ ਕਰਦੇ ਸਨ ਪੋਥੀ ਦੇ ਵਿੱਚ। ਕਦੇ ਕਦੇ ਮਹਾਰਾਜ ਉਸ ਵਾਹਿਗੁਰੂ ਅਕਾਲ ਪੁਰਖ ਦੇ ਸਿਫਤ ਦੇ ਵਿੱਚ, ਰੰਗ ਦੇ ਵਿੱਚ, ਸਿਫਤ ਦੇ ਵਿੱਚ ਬਾਣੀ ਉਚਾਰਦੇ ਹਨ। ਕਦੇ ਮਹਾਰਾਜ ਨੂੰ ਕੋਈ ਸਵਾਲ ਕਰਦਾ ਹੈ ਗੁਰਸਿੱਖ, ਮਹਾਰਾਜ ਉਦੋਂ ਬਾਣੀ ਉਚਾਰਨ ਕਰਦੇ ਹਨ। ਜਦੋਂ ਕਿਸੇ ਦੁਖੀਏ, ਦਰਦੀ ਦਾ, ਕੋਹੜੀ ਦਾ ਰੋਗ ਦੂਰ ਕਰਨਾ ਹੈ, ਉਦੋਂ ਵੀ ਮਹਾਰਾਜ ਉਹਦਾ ਭਲਾ ਕਰਨ ਵਾਸਤੇ ਬਾਣੀ ਉਚਾਰਦੇ ਹਨ। ਸੋ ਇਹ ਮੁੱਖ ਕਾਰਨ ਸਨ ਮਹਾਰਾਜ ਦੇ ਬਾਣੀ ਉਚਾਰਨ ਦੇ। ਸੋ ਇਸ ਤਰ੍ਹਾਂ ਗੁਰੂ ਸਾਹਿਬ ਨੇ ਉਹ ਬਾਣੀ ਸੰਭਾਲੀ ਹੈ ਪੋਥੀ ਦੇ ਵਿੱਚ। ਉਹੀ ਬਾਣੀ ਜਦੋਂ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਬਖਸ਼ੀ ਹੈ,
ਤਾਂ ਮੱਥਾ ਟੇਕਿਆ ਹੈ। ਮਹਾਰਾਜ ਨੇ ਗੁਰਤਾ ਗੱਦੀ ਬਖਸ਼ ਕੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਬਣਾ ਕੇ ਆਪਣੀ ਜੋਤ ਟਿਕਾਈ ਹੈ। ਜੋ ਬਾਣੀ ਕੋਲ ਰਚੀ ਹੋਈ ਸੀ ਉਹ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੇ ਦਿੱਤੀ ਹੈ। ਇਸੇ ਤਰ੍ਹਾਂ ਦੂਜੇ ਪਾਤਸ਼ਾਹ, ਤੀਸਰੇ ਪਾਤਸ਼ਾਹ, ਚੌਥੇ ਪਾਤਸ਼ਾਹ ਜਿਉਂ-ਜਿਉਂ ਬਾਣੀ ਉਚਾਰਦੇ ਸਨ, ਲਿਖਦੇ ਸਨ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਮੇਂ ਦੇ ਅੰਦਰ ਜੋ ਬਾਣੀ ਰਚੀ ਹੈ ਉਹ ਆਪਣੇ ਸਪੁੱਤਰ ਬਾਬਾ ਮੋਹਨ ਜੀ ਨੂੰ ਦਿੱਤੀਆਂ ਹੋਈਆਂ ਨੇ ਪੋਥੀਆਂ, ਵੀ ਇਹਨਾਂ ਨੂੰ ਸੰਭਾਲ ਕੇ ਰੱਖਣਾ ਹੈ, ਕੋਈ ਮੰਗੇ ਤੇ ਦੇਣੀਆਂ ਨਹੀਂ। ਸਿਰਫ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਤੇਰੇ ਕੋਲ ਲੈਣ ਆਉਣ ਤੇ ਉਹਨਾਂ ਨੂੰ ਦੇਣੀਆਂ ਹਨ, ਹੋਰ ਕਿਸੇ ਨੂੰ ਦੇਣੀਆਂ ਨਹੀਂ। ਚੌਥੇ ਪਾਤਸ਼ਾਹ ਮਹਾਰਾਜ ਦੀ ਬਾਣੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਮਹਾਰਾਜ ਨੇ ਸੌਂਪੀਆਂ ਹੋਈਆਂ ਸਨ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਰਉਪਕਾਰ ਕੀਤਾ ਹੈ ਸੰਸਾਰ ਦੇ ਉੱਤੇ। ਜਿੰਨੀ ਬਾਣੀ ਗੁਰੂ ਸਾਹਿਬਾਨਾਂ ਦੀ ਸੀ, ਗੁਰੂ ਸਾਹਿਬਾਨਾਂ ਦੇ ਸ਼ਬਦ ਸਨ, ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ। ਇਸੇ ਤਰ੍ਹਾਂ ਗੁਰੂ ਸਾਹਿਬ ਮਹਾਰਾਜ ਜੀ ਨੇ ਇੱਕ ਥਾਂ ਇਕੱਤਰ ਕਰਨ ਲਈ, ਭਗਤੀ ਦਾ ਭੰਡਾਰਾ ਇਕੱਠਾ ਕਰਨ ਵਾਸਤੇ ਅਤੇ ਆਪਣੇ ਨਾਨਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ ਸਫਲ ਕਰਨ ਵਾਸਤੇ ਜਿਹੜੇ ਕਦੇ ਉਹਨਾਂ ਨੇ ਕਹੇ ਸਨ, ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰਥਾਏ ਦੋਹਿਤਾ ਬਾਣੀ ਕਾ ਬੋਹਿਥਾ, ਕਿ ਬਾਣੀ ਦਾ ਜਹਾਜ਼ ਹੈ। ਮਹਾਰਾਜ ਨੇ ਉਹ ਬਚਨ ਸਫਲ ਕਰਨੇ ਸਨ। ਇੱਕ ਦੂਜਾ ਵੱਡਾ ਕਾਰਨ ਸੀ, ਮਹਾਰਾਜ ਨੇ ਜੋ ਬਾਣੀ ਇਕੱਠੀ ਕੀਤੀ, ਜੋ ਬਾਣੀ ਇਕੱਤਰ ਕਰਕੇ ਸਰੂਪ ਰਚਿਆ ਹੈ ਤੇ ਪ੍ਰਕਾਸ਼ ਕਰਵਾਇਆ। ਇਤਿਹਾਸ ਦੱਸਦਾ ਹੈ ਕਿ ਉਸ ਵੇਲੇ ਜਦੋਂ ਗੁਰਸਿੱਖ ਗੁਰੂ ਕੀ ਬਾਣੀ ਪੜ੍ਹਦੇ ਸਨ ਤੇ ਆਮ ਹੀ ਬਾਣੀ ਪੜ੍ਹਦਿਆਂ ਇੱਕ ਦਿਨ ਕਿਸੇ ਗੁਰਸਿੱਖ ਨੇ ਕੱਚੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਕੱਚੀ ਬਾਣੀ ਕੀ ਹੈ? ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ, ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਗੁਰੂ ਸਾਹਿਬਾਨਾਂ ਦੀ ਬਾਣੀ ਨਹੀਂ ਸੀ, ਪਰ ਉਸ ਵੇਲੇ ਦੇ ਜਿਹੜੇ ਸ਼ਰਾਰਤੀ ਲੋਕ ਸਨ, ਗੁਰੂ ਘਰ ਨਾਲ ਈਰਖਾ ਕਰਨ ਵਾਲੇ, ਗੁਰੂ ਅਰਜਨ ਦੇਵ ਮਹਾਰਾਜ ਦੇ ਭਰਾਤਾ ਪ੍ਰਿਥੀ ਚੰਦ ਦਾ ਪੁੱਤਰ ਮਿਹਰਵਾਨ, ਉਹ ਬਾਬੇ ਪ੍ਰਿਥੀ ਚੰਦ ਨੇ ਉਹਨੂੰ ਪਿੰਗਲ ਪੜ੍ਹਾਇਆ ਹੋਇਆ ਸੀ, ਕਾਵਿ ਰਚਨਾ ਸਿਖਾਈ ਹੋਈ ਸੀ, ਬੜੀ ਵਧੀਆ ਕਵਿਤਾ ਰਚ ਲੈਂਦਾ ਸੀ। ਕਵਿਤਾ ਤੇ ਆਪਣੀ ਲਿਖਣੀ, ਥੱਲੇ ਪਦ ਜਿਹੜਾ ਹੈ ਨਾਨਕ ਅਖੀਰ ਵਿੱਚ ਜਿਵੇਂ ਗੁਰੂ ਸਾਹਿਬ ਵਰਤਦੇ ਹਨ, ਉਸ ਨੇ ਆਪਣੀ ਕਵਿਤਾ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦਾ ਨਾਮ ਵਰਤਣਾ ਸ਼ੁਰੂ ਕਰ ਦਿੱਤਾ। ਉਸ ਵੇਲੇ ਦੇ ਕਵੀਸ਼ਰ, ਗਾਉਣ ਵਾਲੇ, ਉਹਨਾਂ ਨੇ ਇੱਕ ਧਾਰਨਾਵਾਂ ਪੜ੍ਹਨੀਆਂ ਕਰਨੀਆਂ, ਕਵਿਤਾਵਾਂ ਗਾਉਣੀਆਂ ਕਰਨੀਆਂ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਮ ਸੁਣ ਕੇ ਕਈ ਗੁਰਸਾਖਾਂ ਨੇ ਹੈਰਾਨ ਹੋਣਾ ਵੀ ਇਹ ਗੁਰੂ ਸਾਹਿਬ ਦੀ ਬਾਣੀ ਨੂੰ ਗਾ ਰਹੇ ਨੇ, ਪਰ ਹੈ ਤਾਂ ਬਾਣੀ ਨਹੀਂ ਸੀ। ਜਿਵੇਂ ਕੱਚੀ ਬਾਣੀ ਉਸ ਵੇਲੇ ਕਾਫੀ ਰਚੀ ਗਈ, ਕਈ ਸ਼ਰਾਰਤੀ ਲੋਕਾਂ ਨੇ ਰਚੀ ਤੇ ਕਈ ਵੈਸੇ ਕਵਿਤਾ ਰਚਦੇ ਸਨ, ਅਤੇ ਉਹਨਾਂ ਨੇ ਸੋਚਣਾ ਵੀ ਗੁਰੂ ਨਾਨਕ ਦੇਵ ਮਹਾਰਾਜ ਬੜੀ ਮਹਾਨ ਸ਼ਖਸੀਅਤ ਹਨ, ਕਿ ਉਹਨਾਂ ਸਤਿਕਾਰ ਵਜੋਂ ਉਹਨਾਂ ਦਾ ਨਾਮ ਆਪਣੀ ਰਚਨਾ ਵਿੱਚ ਪਾਇਆ ਜਾਵੇ। ਕਈ ਇਸ ਭਾਵਨਾ ਨਾਲ ਰਚਦੇ ਸਨ, ਪਰ ਗਲਤੀ ਇੱਥੇ ਹੁੰਦੀ ਸੀ ਵੀ ਜਦੋਂ ਬਾਣੀ ਪੜ੍ਹਨ ਵਾਲੇ ਗੁਰਸਿੱਖ ਉਹਨਾਂ ਕੱਚੀ ਬਾਣੀ ਨੂੰ, ਕਵਿਤਾਵਾਂ ਨੂੰ ਪੜ੍ਹ ਲੈਣਾ ਤੇ ਆਮ ਸੰਗਤ ਨੂੰ ਸਮਝਣਾ ਆਉਣੀ ਵੀ ਅਸਲੀ ਬਾਣੀ ਕਿਹੜੀ ਹੈ ਤੇ ਕੱਚੀ ਕਿਹੜੀ ਹੈ। ਜਦੋਂ ਗੁਰੂ ਸਾਹਿਬ ਨੇ ਵਿਚਾਰਿਆ ਤੇ ਮਹਾਰਾਜ ਨੇ ਆਖਿਆ, ਜਲਦੀ ਤੋਂ ਜਲਦੀ ਜਿਹੜੀ ਸੱਚੀ ਬਾਣੀ ਹੈ, ਤੁਰਕੀ ਬਾਣੀ ਹੈ, ਗੁਰੂ ਸਾਹਿਬਾਨਾਂ ਦੇ ਕੰਠ ਤੋਂ ਉਚਾਰੀ ਹੋਈ ਬਾਣੀ ਹੈ, ਹਿਰਦੇ 'ਚੋਂ ਪ੍ਰਗਟ ਹੋਈ ਬਾਣੀ ਨੂੰ ਇਕੱਤਰ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇ। ਨਹੀਂ ਤਾਂ ਇਹ ਲੋਕ ਗੁਰਬਾਣੀ ਵਿੱਚ ਰਲਗੜ ਕਰਨਗੇ ਅਤੇ ਆਉਣ ਵਾਲੇ ਸਮੇਂ ਵਿੱਚ ਗੁਰਸਿੱਖ ਸੱਚੀ ਅਤੇ ਕੱਚੀ ਬਾਣੀ ਦੀ ਪਹਿਚਾਣ ਨਹੀਂ ਕਰ ਸਕਣਗੇ ਵੀ ਨਿਰਣਾ ਕੀ ਹੈ, ਸੱਚੀ ਕਿਹੜੀ ਹੈ ਅਤੇ ਕੱਚੀ ਕਿਹੜੀ ਹੈ। ਜਿਵੇਂ ਹੁਣ ਵੀ ਕਈ ਪੰਗਤੀਆਂ ਆਮ ਹੀ ਪੜ੍ਹ ਦਿੰਦੇ ਨੇ ਲੋਕ ਕੱਚੀ ਬਾਣੀ ਦੀਆਂ। ਕਈ ਵਾਰੀ ਕਿਸੇ ਸਥਾਨ 'ਤੇ ਜਾਣ ਦਾ ਮੌਕਾ ਮਿਲਦਾ ਹੈ, ਇੱਧਰੋਂ ਗੁਰਦਾਸਪੁਰ ਨੂੰ ਗਏ, ਰਸਤੇ ਵਿੱਚ ਗੁਰੂ ਘਰ ਆਉਂਦਾ ਹੈ ਰੋਡ ਦੇ ਉੱਤੇ ਹੀ, ਉਹ ਬਾਹਰ ਵਾਰ ਇੱਕ ਪੰਕਤੀ ਲਿਖੀ ਬੜੀ ਦਾਸ ਨੇ, ਉੱਤੇ ਲਿਖਿਆ ਸੀ, ਨਾਨਕ ਨੀਵਾਂ ਜੋ ਚੱਲੇ ਲੱਗਿਆ ਨਾ ਤਤੀ ਵਾਓ। ਜਦੋਂ ਬਾਣੀ ਖੋਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਤੇ ਪੰਕਤੀ ਨਾ ਲੱਭੇ। ਇਹ ਜਿਹੜੀਆਂ ਕੱਚੀਆਂ ਬਾਣੀਆਂ ਸਨ, ਇਹ ਇਹੋ ਜਿਹੀਆਂ ਬਾਣੀਆਂ ਹੋਰ ਵੀ ਜਿਵੇਂ
ਰਚੀਆਂ ਹੋਈਆਂ ਸਨ ਉਸ ਵੇਲੇ। ਜਿਵੇਂ ਆਮ ਹੀ ਹੁਣ ਪੜ੍ਹ ਦਿੰਦੇ ਨੇ ਸਿੱਖ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਜਿਵੇਂ ਉਸ ਵੇਲੇ ਦੇ ਕੱਚੀ ਬਾਣੀ ਰਚਣ ਵਾਲੇ ਕਵੀਆਂ ਨੇ ਰਚੀਆਂ, ਦੇ ਦਿਆ ਸੋ ਦੂਧ ਬਰਾਬਰ, ਮਾਂਗ ਲਿਆ ਸੋ ਪਾਣੀ, ਰਗੜ ਝਗੜ ਕੇ ਰਖਤ ਬਰਾਬਰ, ਕਹੋ ਨਾਨਕ ਨਿਰਬਾਨੀ। ਹੁਣ ਇਹਦੇ 'ਚ ਨਾਮ ਨਾਨਕ ਗੁਰੂ ਸਾਹਿਬ ਦਾ ਆਇਆ ਹੈ। ਅਤੇ ਜਿਹੜਾ ਆਮ ਬਾਣੀ ਪੜ੍ਹਨ ਵਾਲਾ ਹੈ ਜਾਂ ਨਹੀਂ ਪਹਿਚਾਣ ਉਹਨੂੰ, ਉਹ ਤਾਂ ਸੋਚੇਗਾ ਵੀ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ, ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਇਹ ਪਰਉਪਕਾਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਉੱਤੇ ਕੀਤਾ ਹੈ, ਸੰਸਾਰ ਉੱਤੇ ਕੀਤਾ ਹੈ। ਮਹਾਰਾਜ ਨਾ ਕਰਦੇ ਤਾਂ ਸ਼ਾਇਦ ਅੱਜ ਤੁਰਕੀ ਬਾਣੀ ਅਤੇ ਕੱਚੀ ਬਾਣੀ ਦੀ ਪਹਿਚਾਣ ਨਾ ਹੁੰਦੀ। ਸੋ ਵੱਡਾ ਕਾਰਨ ਇਹ ਸੀ ਮਹਾਰਾਜ ਦਾ ਬਾਣੀ ਪ੍ਰਕਾਸ਼, ਪਹਿਲਾ ਪ੍ਰਕਾਸ਼ ਕਰਨ ਦਾ, ਬਾਣੀ ਰਚਣ ਦਾ, ਇਕੱਤਰ ਕਰਨ ਦਾ। ਇਸੇ ਤਰ੍ਹਾਂ ਦੂਜਾ ਕਾਰਨ ਮਹਾਰਾਜ ਨੇ ਵੀ ਵਿਚਾਰਿਆ ਵੀ ਇਹ ਵੀ ਭਲਾ ਕੀਤਾ ਜਾਵੇ ਵੀ ਗੁਰੂ ਸਾਹਿਬ ਦੇ ਦਰਸ਼ਨ, ਜਿਵੇਂ ਪੰਜਵੇਂ ਪਾਤਸ਼ਾਹ ਮਹਾਰਾਜ ਸਰੀਰ ਕਰਕੇ ਹਨ। ਮਹਾਰਾਜ ਕਹਿਣ ਲੱਗੇ, ਗੁਰਸਿੱਖੋ, ਅਸੀਂ ਅੰਮ੍ਰਿਤਸਰ ਸਾਹਿਬ ਹਾਂ। ਜਿਹੜੇ ਸਿੱਖ ਦੂਰ ਦੁਰਾਡੇ ਬੈਠੇ ਹਨ, ਹੋਰ ਥਾਵਾਂ 'ਤੇ ਬੈਠੇ ਹਨ, ਹੋਰ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੇ ਹਨ, ਉਹ ਸਾਡੇ ਇੱਕੋ ਸਮੇਂ ਦਰਸ਼ਨ ਨਹੀਂ ਕਰ ਸਕਦੇ। ਅਸੀਂ ਇਹੋ ਜਿਹਾ ਸਰੂਪ ਤਿਆਰ ਕਰਨ ਜਾ ਰਹੇ ਹਾਂ, ਆਪਣਾ ਹੀ ਦੂਜਾ ਸਰੂਪ ਤਿਆਰ ਕਰਨ ਜਾ ਰਹੇ ਹਾਂ ਵੀ ਜਿਸ ਦੇ ਤੁਹਾਨੂੰ ਹਰ ਥਾਂ ਦਰਸ਼ਨ ਹੋਇਆ ਕਰਨਗੇ। ਕਹਿਣ ਦਾ ਭਾਵ, ਪੋਥੀ ਪਰਮੇਸ਼ਰ ਕਾ ਥਾਨ, ਚਾਹੇ ਉਹ ਗੁਟਕਾ ਸਾਹਿਬ ਦੇ ਰੂਪ ਵਿੱਚ ਸੀ, ਚਾਹੇ ਉਹ ਪੋਥੀ ਦੇ ਰੂਪ ਵਿੱਚ ਸੀ, ਪਰ ਮਹਾਰਾਜ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕਰਕੇ ਗੁਰਸਿੱਖਾਂ ਉੱਤੇ ਪਰਉਪਕਾਰ ਕੀਤਾ ਹੈ ਕਿ ਹਰ ਦੇਸ਼ ਵਿਦੇਸ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਣਾ, ਇਹ ਗੁਰੂ ਸਾਹਿਬ ਦੇ ਦਰਸ਼ਨ ਹੋ ਸਕਣਗੇ। ਤੀਜਾ ਕਾਰਨ ਮਹਾਰਾਜ ਨੇ ਆਖਿਆ ਕਿ ਭਗਤੀ ਦਾ ਭੰਡਾਰਾ ਹੈ, ਇਹ ਐਸਾ ਤਿਆਰ ਕਰਨ ਜਾ ਰਹੇ ਹਾਂ ਜਿਹਨੂੰ ਹਰੇਕ ਵਰਗ ਦਾ, ਹਰੇਕ ਜਾਤ ਦਾ, ਹਰੇਕ ਕੌਮ ਦਾ ਇਨਸਾਨ ਪੜ੍ਹ ਕੇ, ਮਨੁੱਖ ਪੜ੍ਹ ਕੇ ਪਰ ਉਤਾਰਾ ਕਰ ਸਕਦਾ ਹੈ, ਆਪਣੀ ਕਲਿਆਣ ਕਰਵਾ ਸਕਦਾ ਹੈ। ਕਿਉਂਕਿ ਇਸ ਭਾਰਤ ਖੰਡ ਦੇ ਵਿੱਚ ਨੀਵੇਂ ਲੋਕਾਂ ਨੂੰ ਵੇਦ ਸ਼ਾਸਤਰ, ਸਿਮਰਤੀਆਂ ਅਤੇ ਹੋਰ ਪੜ੍ਹਨ ਦਾ ਅਧਿਕਾਰ ਨਹੀਂ ਸੀ। ਹਿੰਦੂ ਕੁਰਾਨ ਨਹੀਂ ਪੜ੍ਹ ਸਕਦਾ, ਮੁਸਲਮਾਨ ਗੀਤਾ ਦਾ ਪਾਠ ਨਹੀਂ ਸੀ ਕਰ ਸਕਦਾ ਮੰਦਰ ਦੇ ਵਿੱਚ। ਮਹਾਰਾਜ ਨੇ ਆਖਿਆ, ਇਹੋ ਜਿਹੀ ਬਾਣੀ ਰਚਣ ਜਾ ਰਹੇ ਹਾਂ, ਇਹੋ ਜਿਹਾ ਭੰਡਾਰਾ ਤਿਆਰ ਕਰ ਦਿਆਂਗੇ ਜਿਹਨੂੰ ਪੜ੍ਹ ਸੁਣ ਕੇ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਸੋ ਇਹ ਵਾਲੇ ਬਚਨ ਮਹਾਰਾਜ ਨੇ ਕਰ ਵਿਖਾਏ ਹਨ। ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸੈ ਨਹੀਂ, ਅੰਤ ਪਰਮ ਗਤ ਪਾਏ। ਇਹ ਵਾਲੇ ਬਚਨ ਮਹਾਰਾਜ ਨੇ ਗੁਰਬਾਣੀ ਦੇ ਰਾਹੀਂ ਕਰ ਵਿਖਾਏ ਹਨ। ਇੱਕ ਚੌਥਾ ਕਾਰਨ ਇਹ ਵੀ ਸੀ, ਜਿੰਨੇ ਵੀ ਤੁਸੀਂ ਦੁਨੀਆ ਦੇ ਧਰਮ ਦੇਖਦੇ ਹੋ, ਈਸਾਈ ਮਤ ਹੈ, ਮੁਸਲਿਮ ਹੈ, ਹਿੰਦੂ ਹੈ, ਹੋਰ ਜਿੰਨੇ ਧਰਮ ਹਨ, ਜਿੰਨੇ ਧਰਮਾਂ ਦੇ ਪੈਰੋਕਾਰ ਹੁੰਦੇ ਹਨ, ਮੋਢੀ ਹੁੰਦੇ ਹਨ, ਉਹਨਾਂ ਨੇ ਇੱਕ ਆਪਣੀ ਕੌਮ ਵਾਸਤੇ, ਆਪਣੀ ਉਮਤ ਵਾਸਤੇ ਇੱਕ ਪਰਉਪਕਾਰ ਕੀਤਾ ਹੁੰਦਾ ਹੈ ਕਿ ਸਾਡੇ ਜਾਣ ਤੋਂ ਬਾਅਦ ਤੁਹਾਡੀ ਅਗਵਾਈ, ਸਾਡੀਆਂ ਲਿਖਤਾਂ, ਸਾਡੇ ਵਿਚਾਰ, ਸਾਡੀ ਬਾਣੀ ਅਤੇ ਸਾਡੇ ਦਿੱਤੇ ਹੋਏ ਖਿਆਲ ਤੁਹਾਡੀ ਅਗਵਾਈ ਕਰਨਗੇ। ਭਾਵ ਕਿ ਹਰੇਕ ਕੌਮ ਨੇ ਆਪੋ ਆਪਣਾ ਇੱਕ ਕਿਤਾਬ ਜਾਂ ਪੁਸਤਕ ਜਾਂ ਗ੍ਰੰਥ ਜ਼ਰੂਰ ਬਣਾਇਆ ਹੈ। ਜਿਵੇਂ ਮੁਸਲਮਾਨਾਂ ਦਾ ਕੁਰਾਨ ਹੈ, ਅੰਜੀਲ ਹੈ, ਹੋਰ ਧਾਰਮਿਕ ਇਹਨਾਂ ਦੇ ਗ੍ਰੰਥ ਹਨ। ਇਸੇ ਤਰ੍ਹਾਂ ਈਸਾਈਆਂ ਕੋਲ ਬਾਈਬਲ ਹੈ, ਹਿੰਦੂਆਂ ਕੋਲ 4 ਵੇਦ ਹਨ, ਗੀਤਾ ਹੈ, ਸਿਮਰਤੀਆਂ ਹਨ, ਹੋਰ ਧਾਰਮਿਕ ਗ੍ਰੰਥ ਹਨ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਵੱਖਰਾ ਨਿਰਮਲ ਪੰਥ ਚਲਾਇਆ ਹੈ ਅਤੇ ਸਿੱਖ ਧਰਮ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ ਇੱਕ ਧਾਰਮਿਕ ਗ੍ਰੰਥ ਦੇ ਨਾਲ ਨਾਲ ਗੁਰੂ ਪਦਵੀ ਦੇ ਕੇ ਮਹਾਰਾਜ ਨੇ ਨਵਾਜਿਆ ਹੈ। ਇਸ ਕਰਕੇ ਸਿੱਖਾਂ ਉੱਤੇ ਪਰਉਪਕਾਰ ਕੀਤਾ ਹੈ ਮਹਾਰਾਜ ਜੀ ਨੇ। ਜਦੋਂ ਇਹ ਵਿਚਾਰ ਹੋਈ ਵੀ ਕੱਚੀ ਬਾਣੀ ਦਾ ਜਿਹੜਾ ਨਿਰਣਾ ਹੈ, ਸੱਚੀ ਬਾਣੀ ਜਿਹੜੀ ਹੈ ਉਹ ਇਕੱਤਰ ਕਰਕੇ ਰਲਗੜ ਤੋਂ ਬਚਾਇਆ ਜਾ ਸਕੇ ਅਤੇ ਮਹਾਰਾਜ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਕੀਤਾ ਜਾ ਸਕੇ ਜਲਦ ਤੋਂ ਜਲਦ। ਸੋ ਇਸ ਵੇਲੇ ਭਾਈ ਗੁਰਦਾਸ ਜੀ ਨੂੰ, ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾ ਕੇ ਮਹਾਰਾਜ ਨੇ ਹੁਕਮ ਕੀਤਾ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਤੇ ਵੱਡੇ ਗੁਰੂ ਸਾਹਿਬਾਨ ਜਿੱਥੇ ਜਿੱਥੇ ਵੀ ਗਏ ਹਨ, ਦੁਨੀਆ ਦਾ ਭਲਾ ਕੀਤਾ ਹੈ।
ਚਰਨ ਪਾਏ ਹਨ, ਗੁਰਸਿੱਖਾਂ ਨੂੰ ਮਿਲੇ ਹਨ, ਗੁਰਸਿੱਖਾਂ ਨੂੰ ਉਪਦੇਸ਼ ਦਿੱਤਾ ਹੈ। ਦੂਰ ਦੂਰ ਤੱਕ ਹੁਕਮਨਾਮਾ ਸਾਹਿਬ ਭੇਜੋ ਵੀ ਜਿਸ ਕੋਲ ਸਿੱਖ ਦੇ ਕੋਲ ਵੀ ਗੁਰੂ ਸਾਹਿਬਾਨਾਂ ਦਾ ਕੋਈ ਸ਼ਬਦ, ਕੋਈ ਹੁਕਮਨਾਮਾ ਹੈ, ਲਿਖਤ ਹੈ, ਉਹ ਜਲਦ ਤੋਂ ਜਲਦ ਸ੍ਰੀ ਅੰਮ੍ਰਿਤਸਰ ਸਾਹਿਬ ਲੈ ਕੇ ਆਓ। ਉਤਾਰਾ ਕਰਕੇ ਵਾਪਸ ਕਰ ਦਿੱਤੇ ਜਾਣਗੇ ਜੋ ਤੁਹਾਨੂੰ ਗੁਰੂ ਸਾਹਿਬਾਨ ਨੇ ਬਖਸ਼ਿਸ਼ ਕੀਤੀ ਹੈ। ਅਸੀਂ ਇੱਕ ਜਹਾਜ਼ ਬਾਣੀ ਦਾ ਤਿਆਰ ਕਰਨ ਜਾ ਰਹੇ ਹਾਂ, ਇਸ ਲਈ ਸਾਨੂੰ ਲੋੜ ਹੈ। ਅਤੇ ਨਾਲ ਹੀ ਮਹਾਰਾਜ ਨੇ ਆਖਿਆ, ਗੁਰੂ ਸਾਹਿਬਾਨਾਂ ਦੀ ਬਾਣੀ ਦਾ ਇੱਕ ਵੱਡਾ ਖਜ਼ਾਨਾ, ਇੱਕ ਵੱਡਾ ਹਿੱਸਾ ਬਾਬਾ ਮੋਹਨ ਜੀ ਦੇ ਪਾਸ ਗੋਇੰਦਵਾਲ ਸਾਹਿਬ ਹੈ, ਉਹ ਵੀ ਸਾਨੂੰ ਲਿਆਉਣਾ ਚਾਹੀਦਾ ਹੈ। ਤਾਂ ਉਸ ਵੇਲੇ ਜਦੋਂ ਮਹਾਰਾਜ ਇਹ ਗੱਲ ਕਹਿ ਰਹੇ ਸਨ ਤਾਂ ਭਾਈ ਗੁਰਦਾਸ ਜੀ ਨੇ ਹੱਥ ਜੋੜੇ, ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਲੈ ਕੇ ਆਉਣਾ ਹਾਂ। ਜਦ ਕਿ ਬਚਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਰਥਾਏ ਸਨ ਬਾਬਾ ਮੋਹਨ ਜੀ ਨੂੰ ਵੀ ਗੁਰੂ ਅਰਜਨ ਦੇਵ ਮਹਾਰਾਜ ਆਉਣ ਅਤੇ ਉਹਨਾਂ ਨੂੰ ਹੀ ਦੇਣਾ ਹੈ, ਹੋਰ ਕਿਸੇ ਨੂੰ ਇਹ ਸਰੂਪ ਪੋਥੀਆਂ ਦੇ ਨਹੀਂ ਦੇਣੇ। ਸੋ ਇਸ ਕਰਕੇ ਭਾਈ ਗੁਰਦਾਸ ਜੀ ਦੇ ਮਨ ਵਿੱਚ ਭਾਵਨਾ ਸੀ ਵੀ ਮੈਂ ਲਿਆਵਾਂ। ਗੁਰੂ ਸਾਹਿਬ ਨੇ ਆਖਿਆ ਜਾਓ ਲੈ ਕੇ ਆਓ। ਜਦੋਂ ਭਾਈ ਗੁਰਦਾਸ ਜੀ ਗਏ ਨੇ ਗੋਇੰਦਵਾਲ ਸਾਹਿਬ, ਚੁਬਾਰੇ ਵਿੱਚ ਬਾਬਾ ਮੋਹਨ ਜੀ ਸਮਾਧੀ ਵਿੱਚ ਬੈਠੇ ਹੁੰਦੇ ਸਨ, ਦਸਮ ਦੁਆਰ ਵਿੱਚ ਸਵਾਸ ਚੜ੍ਹਾ ਕੇ। ਕੋਈ ਖਾਣ ਪੀਣ ਦੀ ਸੁੱਧ ਨਹੀਂ, ਕੋਈ ਸੌਣ ਦੀ ਜਾਗਣ ਦੀ ਪਰਵਾਹ ਨਹੀਂ। ਕੌਣ ਘਰ ਹੈ, ਕੌਣ ਬਾਹਰ ਹੈ, ਕੀ ਹੋ ਰਿਹਾ, ਕਿੱਥੇ ਹੈ, ਕਿਹੜਾ ਮੌਸਮ ਹੈ, ਦਿਨ ਹੈ, ਰਾਤ ਹੈ, ਕੋਈ ਉਹਨਾਂ ਨੂੰ ਪਤਾ ਨਹੀਂ, ਸਮਾਧੀ ਵਿੱਚ ਲੀਨ ਰਹਿੰਦੇ ਨੇ। ਭਾਈ ਗੁਰਦਾਸ ਜੀ ਨੇ ਜਾ ਕੇ ਦਰਵਾਜ਼ਾ ਖੜਕਾਇਆ ਹੈ, ਆਵਾਜ਼ਾਂ ਮਾਰੀਆਂ ਹਨ ਕਿ ਮੈਨੂੰ ਮਹਾਰਾਜ ਨੇ ਭੇਜਿਆ ਹੈ, ਪੋਥੀਆਂ ਲੈਣ ਵਾਸਤੇ ਭੇਜਿਆ ਹੈ, ਪਰ ਅੱਗੋਂ ਕੋਈ ਜਵਾਬ ਨਹੀਂ ਆਇਆ। ਅਖੀਰ ਸ਼ਾਮਾਂ ਨੂੰ ਖਾਲੀ ਵਾਪਸ ਮੁੜਨਾ ਪਿਆ। ਆਣ ਕੇ ਸਾਰੀ ਵਾਰਤਾ ਸੁਣਾਈ ਮਹਾਰਾਜ ਨੂੰ। ਇੰਨੇ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਜਾਣਾ। ਅਤੇ ਬਾਬਾ ਬੁੱਢਾ ਸਾਹਿਬ ਜੀ ਆਗਿਆ ਲੈ ਕੇ ਗਏ ਨੇ। ਜਾ ਕੇ ਬੌਲੀ ਸਾਹਿਬ ਇਸ਼ਨਾਨ ਕੀਤਾ, ਅਰਦਾਸ ਕੀਤੀ। ਬਾਬਾ ਮੋਹਨ ਜੀ ਦੇ ਚੁਬਾਰੇ ਉੱਤੇ ਜਾ ਕੇ ਬਾਹਰ ਦਰਵਾਜ਼ਾ ਖੜਕਾਉਣ ਲੱਗ ਪਏ। ਬਹੁਤ ਆਵਾਜ਼ਾਂ ਮਾਰੀਆਂ ਭਾਈ ਗੁਰਦਾਸ ਜੀ ਦੇ ਵਾਂਗੂ, ਬੜਾ ਉੱਚੀ ਉੱਚੀ ਆਵਾਜ਼ਾਂ ਦੇ ਕੇ ਬੁਲਾਇਆ, ਪਰ ਗੱਲ ਨਾ ਮੰਨੀ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਸੋਚਿਆ ਵੀ ਇੱਦਾਂ ਗੱਲ ਨਹੀਂ ਬਣਨੀ, ਇਹ ਦਰਵਾਜ਼ਾ ਹੀ ਪੁੱਟ ਕੇ ਪਰਾਂ ਸੁੱਟ ਮਾਰੀਏ, ਕਿਉਂਕਿ ਅੰਦਰੋਂ ਤਾਂ ਆਵਾਜ਼ ਕੋਈ ਆ ਨਹੀਂ ਰਹੀ। ਫਿਰ ਬਾਬਾ ਬੁੱਢਾ ਸਾਹਿਬ ਨੇ ਚੂਲਾ ਪੁੱਟ ਕੇ ਦਰਵਾਜ਼ਾ ਪਾਸੇ ਕੀਤਾ ਅਤੇ ਜਾ ਕੇ ਬਾਬਾ ਮੋਹਨ ਜੀ ਨੂੰ ਵੇਖਿਆ ਵੀ ਇਹਦੇ ਸੁੰਨ ਸਮਾਧੀ 'ਚ ਬੈਠੇ ਹੋਏ ਨੇ। ਮੋਢਿਆਂ ਤੋਂ ਫੜ ਕੇ ਹਿਲਾਇਆ ਹੈ, ਕਦੇ ਪੈਰਾਂ ਵਾਲੇ ਪਾਸੇ ਪੈਰ ਝੱਸਦੇ ਨੇ, ਉੱਚੀ ਉੱਚੀ ਬੁਲਾਉਂਦੇ ਨੇ, ਭਾਈ ਉੱਠ, ਪੋਥੀਆਂ ਜੋ ਮਹਾਰਾਜ ਦੀਆਂ ਕੋਲ ਹਨ ਉਹ ਸਾਨੂੰ ਦਿਓ। ਉਸ ਵੇਲੇ ਬਾਬਾ ਮੋਹਰੀ ਜੀ, ਬਾਬਾ ਮੋਹਨ ਦਾਸ ਜੀ ਦੇ ਭਰਾ ਛੋਟੇ, ਉਹ ਭੱਜੇ ਆਏ। ਉਹਨਾਂ ਨੇ ਆਣ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ, ਮਹਾਰਾਜ ਬਾਬਾ ਜੀ ਇੱਦਾਂ ਇਹਨਾਂ ਨੂੰ ਹਿਲਾਉਣਾ ਠੀਕ ਨਹੀਂ, ਇਹਨਾਂ ਦਾ ਸੁਭਾਅ ਥੋੜ੍ਹਾ ਕਰੜਾ ਹੈ, ਇਹ ਸਮਾਧੀ ਵਿੱਚ ਲੀਨ ਹਨ, ਜੇ ਇਹਨਾਂ ਦੀ ਸਮਾਧੀ ਟੁੱਟੀ ਤਾਂ ਪਤਾ ਨਹੀਂ ਮੂੰਹੋਂ ਕੀ ਕੱਢ ਦੇਣ ਅਤੇ ਉਹ ਬਚਨ ਪੂਰੇ ਹੋ ਜਾਣਗੇ ਅਤੇ ਆਪ ਜੀ ਵੀ ਕਮਾਈ ਵਾਲੇ ਮਹਾਂਪੁਰਖ ਹੋ ਅਤੇ ਆਪ ਜੀ ਦੇ ਮੂੰਹ ਵਿੱਚੋਂ ਨਿਕਲਿਆ ਹੋਇਆ ਬਚਨ ਵੀ ਬਿਰਥਾ ਨਹੀਂ ਜਾਣਾ। ਇਸ ਕਰਕੇ ਇਹਨੂੰ ਇਸੇ ਹਾਲਾਤ ਵਿੱਚ ਰਹਿਣ ਦਿਓ, ਜਦੋਂ ਕਿਤੇ ਸਮਾਧੀ 'ਚੋਂ ਉੱਠੇ ਤਾਂ ਫਿਰ ਇਹ ਪੋਥੀਆਂ ਲੈ ਲੈਣੀਆਂ ਆਣ ਕੇ। ਸੋ ਬਾਬਾ ਬੁੱਢਾ ਸਾਹਿਬ ਜੀ ਫਿਰ ਉੱਥੋਂ ਖਾਲੀ ਹੀ ਮੁੜ ਆਏ। ਆਣ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸਾਰੀ ਗੱਲ ਸੁਣਾਈ। ਮਹਾਰਾਜ ਮੁਸਕਰਾਏ, ਕਹਿਣ ਲੱਗੇ, ਭਾਈ ਹੋਰ ਵੀ ਕਿਸੇ ਨੇ ਜਾਣਾ ਹੈ। ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਸਮਝ ਗਏ ਵੀ ਇਹ ਕਾਰਜ ਤਾਂ ਮਹਾਰਾਜ ਦਾ ਆਪਣਾ ਹੀ ਕਰਨ ਵਾਲਾ ਸੀ। ਸ਼ਾਇਦ ਅਸੀਂ ਮੰਗ ਕੇ ਸੇਵਾ ਲਈ ਹੈ ਅਤੇ ਜਿਹੜੀ ਤੁਰਦਰਗਾਹ ਤੋਂ ਡਿਊਟੀ ਮਹਾਰਾਜ ਦੀ ਲੱਗੀ ਹੈ ਉਹ ਮਹਾਰਾਜ ਜੀ ਕਰ ਸਕਦੇ ਹਨ। ਇਸ ਕਰਕੇ ਮਹਾਰਾਜ ਨੇ ਆਖਿਆ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਆਪ ਜੀ ਇੱਥੇ ਠਹਿਰੋ, ਸ੍ਰੀ ਅੰਮ੍ਰਿਤਸਰ ਸਾਹਿਬ ਸੰਗਤਾਂ ਦਾ ਧਿਆਨ ਰੱਖੋ, ਆਏ ਗਇਆਂ ਦੀ ਸੇਵਾ ਕਰੋ। ਅਸੀਂ ਸੰਗਤਾਂ ਨੂੰ ਨਾਲ ਲੈ ਕੇ ਬੌਲੀ ਸਾਹਿਬ ਜਾ ਕੇ ਬਾਬਾ ਮੋਹਨ ਜੀ ਦੇ ਪਾਸੋਂ ਆਪ ਪੋਥੀਆਂ ਲਿਆਉਂਦੇ ਹਾਂ। ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਅੰਮ੍ਰਿਤ ਵੇਲੇ ਗਏ ਹਨ ਨਾਲ ਸੰਗਤਾਂ ਨੂੰ ਲੈ ਕੇ। ਜਾ ਕੇ ਦਰਵਾਜ਼ਾ ਨਹੀਂ ਖੜਕਾਇਆ, ਜਾ ਕੇ ਆਵਾਜ਼ਾਂ ਨਹੀਂ ਮਾਰੀਆਂ, ਬੁਲਾਇਆ ਨਹੀਂ। ਗੁਰਬਾਣੀ ਦਾ ਕੀਰਤਨ ਕਰਦੇ ਮਹਾਰਾਜ ਗਏ ਸਨ ਅਤੇ ਜਾ ਕੇ ਚੁਬਾਰੇ ਵਾਲੀ ਹੇਠਲੀ ਗਲੀ ਵਿੱਚ ਜਾ ਬਰਾਜੇ। ਅਤੇ ਮਹਾਰਾਜ ਜਦੋਂ ਪੁੰਜੇ ਬਹਿਣ ਲੱਗੇ, ਕਹਿਣ ਲੱਗੇ, ਗੁਰਬਾਣੀ ਦਾ ਕੀਰਤਨ ਕਰੋ। ਗੁਰਸਿੱਖ ਭੱਜੇ ਆਏ, ਦਰੀਆਂ ਲੈ ਕੇ, ਚਟਾਈਆਂ ਲੈ ਕੇ, ਗਲੀਚੇ ਲੈ ਕੇ ਭੱਜੇ ਆਏ। ਮਹਾਰਾਜ ਪੁੰਜੇ ਵਿਛਾ ਲੈਂਦਿਓ। ਮਹਾਰਾਜ ਕਹਿਣ ਲੱਗੇ, ਨਹੀਂ, ਜ਼ਮੀਨ 'ਤੇ ਬੈਠ ਕੇ ਹੀ ਕੀਰਤਨ ਕਰਨਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਕੀਰਤਨ ਕਰਨਾ ਹੈ, ਸਿਫਤ ਕਰਨੀ ਹੈ।
ਆਪੇ ਮਾਲਕ ਕਿਰਪਾ ਕਰਨਗੇ। ਜਿਸ ਕੰਮ ਦੇ ਲਈ ਆਏ ਹੋ ਕਾਰਜ ਆਪੇ ਪੂਰਾ ਹੋ ਜਾਣਾ ਹੈ। ਅਸੀਂ ਵਾਹਿਗੁਰੂ ਦੀ ਸਿਫਤ ਦੇ ਵਿੱਚ ਬੈਠੇ ਹਾਂ, ਆਓ ਸਾਰੀ ਸੰਗਤ ਕੀਰਤਨ ਕਰੀਏ। ਤੇ ਉਸ ਵੇਲੇ ਇਤਿਹਾਸ ਵਿੱਚ ਬਚਨ ਆਉਂਦਾ ਹੈ, ਮਹਾਰਾਜ ਨੇ ਅਕਾਲ ਪੁਰਖ ਨੂੰ ਸੰਬੋਧਿਤ ਹੋ ਕੇ ਮਹਾਰਾਜ ਨੇ ਸ਼ਬਦ ਉਚਾਰਿਆ ਹੈ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਣ ਦਵਾਰ ਜੀਓ ਸੰਤ ਧਰਮਸ਼ਾਲਾ। ਇਹ ਵਾਲਾ ਸ਼ਬਦ ਮਹਾਰਾਜ ਨੇ ਜੋਟੀਆਂ ਵਿੱਚ ਸੰਗਤਾਂ ਵਿੱਚ ਪੜ੍ਹਿਆ। ਜਦੋਂ ਗੁਰੂ ਸਾਹਿਬ ਕੀਰਤਨ ਕਰਦੇ ਹੋਣ ਤੇ ਸੰਗਤਾਂ ਪ੍ਰੇਮ ਵਿੱਚ ਭਿੱਜ ਕੇ ਸੁਣਦੀਆਂ ਹੋਣ, ਆਕਾਸ਼ ਵਿੱਚ ਉੱਡ ਰਹੇ ਪੰਛੀ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਰਸਨਾ ਤੋਂ ਸ਼ਬਦ ਸੁਣ ਕੇ ਸ਼ਾਂਤ ਹੋ ਗਏ। ਉੱਥੇ ਹੀ ਸਮਾਧੀਆਂ ਲੱਗ ਗਈਆਂ। ਸਾਰੇ ਪਾਸੇ ਹੀ ਕਾਇਨਾਤ ਜਿਵੇਂ ਸਨਾਟਾ ਛਾ ਗਿਆ ਹੋਵੇ, ਰਸ ਨਾਲ ਭਰ ਗਿਆ ਹੋਵੇ। ਜਦੋਂ ਗੁਰੂ ਸਾਹਿਬ ਨੇ ਨੇਤਰ ਬੰਦ ਕਰਕੇ ਇਹ ਵਾਲਾ ਸ਼ਬਦ ਗਾਇਆ ਹੈ, ਜਿਹੜੀਆਂ ਆਵਾਜ਼ਾਂ ਮਾਰਨ ਦੇ ਨਾਲ ਵੀ ਸਮਾਧੀ ਨਹੀਂ ਸੀ ਖੁੱਲ੍ਹੀ, ਦਰਵਾਜ਼ੇ ਖੜਕਾਉਣ ਦੇ ਨਾਲ ਵੀ, ਪੈਰ ਝੱਸਣ ਦੇ ਨਾਲ, ਮੋਢਿਆਂ ਤੋਂ ਹਿਲਾਉਣ ਦੇ ਨਾਲ ਵੀ ਸਮਾਧੀ ਨਹੀਂ ਸੀ ਖੁੱਲ੍ਹੀ, ਉਹ ਬਾਬਾ ਮੋਹਨ ਜੀ ਦੀ ਸਮਾਧੀ ਖੁੱਲ੍ਹ ਗਈ। ਚੁਬਾਰੇ ਦੀ ਬਾਰੀ ਰਾਹੀਂ ਬਾਹਰ ਵੇਖਿਆ ਤੇ ਥੱਲੇ ਵਹਿੰਦੇ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪ ਚੱਲ ਕੇ ਆਏ ਨੇ, ਨਾਲ ਸੰਗਤ ਹੈ ਤੇ ਮੋਹਣ ਮੋਹਣ ਵਾਲਾ ਸ਼ਬਦ ਉਚਾਰਨ ਕਰਦੇ ਨੇ ਤੇ ਨਾਮ ਤੇ ਮੇਰਾ ਵੀ ਮੋਹਣ ਹੈ। ਇੱਕਦਮ ਥੱਲੇ ਆਏ, ਆਣ ਕੇ ਹੱਥ ਜੋੜੇ, ਗੁਰੂ ਸਾਹਿਬ ਨੇ ਸ਼ਬਦ ਦਾ ਭੋਗ ਪਾਇਆ ਤੇ ਮਹਾਰਾਜ ਨੇ ਆਖਿਆ, ਬਾਬਾ ਮੋਹਨ ਜੀ, ਗੁਰੂ ਸਾਹਿਬ ਦੀ ਬਾਣੀ ਪੋਥੀਆਂ ਦੇ ਰੂਪ ਦੇ ਵਿੱਚ ਆਪ ਜੀ ਦੇ ਕੋਲ ਹੈ, ਉਹ ਅਸੀਂ ਲੈਣ ਵਾਸਤੇ ਆਏ ਹਾਂ। ਤੇ ਉਸ ਵੇਲੇ ਬਾਬਾ ਮੋਹਨ ਜੀ ਨੇ ਆਖਿਆ, ਮਹਾਰਾਜ ਪਹਿਲਾਂ ਮੈਨੂੰ ਆਪ ਦੇ ਚਰਨਾਂ ਵਿੱਚ ਮੱਥਾ ਟੇਕ ਲੈਣ ਦਿਓ। ਗੁਰੂ ਸਾਹਿਬ ਨੇ ਆਖਿਆ, ਆਪ ਜੀ ਸਾਡੇ ਮਾਮਾ ਜੀ ਲੱਗਦੇ ਹੋ, ਆਪ ਜੀ ਵੱਡੇ ਹੋ, ਸਾਡੇ ਪੈਰਾਂ ਨੂੰ ਹੱਥ ਨਾ ਲਾਓ। ਬਾਬਾ ਮੋਹਨ ਜੀ ਕਹਿਣ ਲੱਗੇ, ਨਹੀਂ ਮਹਾਰਾਜ, ਪਹਿਲਾਂ ਵੀ ਇਹ ਗਲਤੀ ਹੋਈ ਹੈ, ਹੁਣ ਦੁਬਾਰਾ ਨਹੀਂ ਕਰਨੀ। ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ੀ ਸੀ, ਉਸ ਵੇਲੇ ਮਹਾਰਾਜ ਨੇ ਆਖਿਆ ਵੀ ਸਾਰੇ ਹੀ ਸਿੱਖ ਸੰਗਤਾਂ ਅਤੇ ਮੇਰੇ ਪੁੱਤਰ ਸਮੇਤ ਪਰਿਵਾਰ ਗੁਰੂ ਰਾਮਦਾਸ ਦੀ ਪੈਰੀਂ ਲੱਗੋ। ਮੈਂ ਇਕੱਲੇ ਨੇ ਮੱਥਾ ਨਹੀਂ ਸੀ ਟੇਕਿਆ, ਮੇਰੇ ਅੰਦਰ ਹਉਮੈ ਸੀ। ਉਸ ਵੇਲੇ ਸਹਿ ਸੁਭਾਵਕ ਗੁਰੂ ਸਾਹਿਬ ਨੇ ਬਚਨ ਕਰ ਦਿੱਤੇ ਵੀ ਤੂੰ ਨਿਵਿਆ ਨਹੀਂ, ਤਪਦਾ ਹੀ ਰਵੇਂਗਾ ਜਿਵੇਂ ਹੁਣ ਤਪ ਰਿਹਾ ਹੈ। ਤੇ ਉਹ ਦਿਨ ਜਾਏ, ਮੇਰੀਆਂ ਸਮਾਧੀਆਂ ਦੇ ਬੜੀਆਂ ਲੱਗਦੀਆਂ ਨੇ ਪਰ ਅੰਦਰਲਾ ਤਪਦਾ ਹੈ। ਮੈਂ ਬੜੀਆਂ ਮਾਫੀਆਂ ਮੰਗੀਆਂ ਮਹਾਰਾਜ ਦੇ ਕੋਲੋਂ, ਖਿਮਾ ਜਾਚਨਾ ਕੀਤੀ, ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ, ਹੁਣ ਸਮਾਂ ਨਿਕਲ ਚੁੱਕਾ ਹੈ। ਇਸੇ ਹੀ ਗੁਰੂ ਰਾਮਦਾਸ ਮਹਾਰਾਜ ਦੇ ਗਾਂ ਸਪੁੱਤਰ ਗੁਰਤਾ ਗੱਦੀ 'ਤੇ ਬੈਠਣਗੇ ਗੁਰੂ ਅਰਜਨ ਦੇਵ ਮਹਾਰਾਜ, ਉਹ ਤੇਰੇ ਕੋਲ ਆਉਣਗੇ, ਉਹਦੇ ਪੈਰੀਂ ਹੱਥ ਲਾਈ, ਤੈਨੂੰ ਸ਼ਾਂਤੀ ਤੇ ਠੰਡ ਮਿਲੇਗੀ। ਮਹਾਰਾਜ ਅੱਜ ਉਹ ਦਿਨ ਆਇਆ ਹੈ। ਇਹ ਪੋਥੀਆਂ ਆਪ ਜੀ ਦੀਆਂ ਮਾਨਤ ਹਨ, ਆਪ ਜੀ ਦੀਆਂ ਹਨ। ਗੁਰੂ ਸਾਹਿਬਾਨ ਨੇ ਪਹਿਲਾਂ ਹੀ ਮੈਨੂੰ ਹੁਕਮ ਕੀਤਾ ਸੀ ਵੀ ਆਪ ਜੀ ਨੂੰ ਹੀ ਦੇਣੀਆਂ ਹਨ, ਇਸ ਕਰਕੇ ਮੈਨੂੰ ਚਰਨ ਸਪਰਸ਼ ਕਰ ਲੈਣ ਦਿਓ। ਉਸ ਵੇਲੇ ਬਾਬਾ ਮੋਹਨ ਜੀ ਨੇ ਚਰਨ ਸਪਰਸ਼ ਕੀਤੇ ਹਨ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੋਥੀਆਂ ਭੇਟ ਕੀਤੀਆਂ ਤੇ ਜੋ ਬਾਣੀ ਦੀਆਂ ਪੋਥੀਆਂ ਸਨ ਉਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੇ ਕੇ ਦੁਬਾਰਾ ਫਿਰ ਮੱਥਾ ਟੇਕਿਆ। ਸੋ ਇਸ ਤਰ੍ਹਾਂ ਸਾਧ ਸੰਗਤ ਗੁਰੂ ਸਾਹਿਬ ਉੱਥੋਂ ਜਦੋਂ ਪੋਥੀਆਂ ਲੈ ਕੇ ਰਵਾਨਾ ਹੋਣ ਲੱਗੇ ਤੇ ਪਹਿਲਾਂ ਮਹਾਰਾਜ ਨੇ ਆਖਿਆ, ਪਾਲਕੀ ਦਾ ਪ੍ਰਬੰਧ ਕਰੋ। ਗੁਰੂ ਸਾਹਿਬ ਨੇ ਪਾਲਕੀ ਦਾ ਪ੍ਰਬੰਧ ਕਰਵਾਇਆ। ਸਿੱਖਾਂ ਨੇ ਸੋਚਿਆ ਮਹਾਰਾਜ ਨੇ ਆਪ ਬੈਠਣਾ ਹੋਣਾ ਹੈ, ਵਿੱਚ ਪੋਥੀਆਂ ਲੈ ਕੇ ਪਾਲਕੀ ਦਾ ਪ੍ਰਬੰਧ ਕੀਤਾ ਗਿਆ। ਉਹ ਪੋਥੀਆਂ ਗੁਰਬਾਣੀ ਦੀਆਂ ਮਹਾਰਾਜ ਨੇ ਪਾਲਕੀ ਵਿੱਚ ਸੁਸ਼ੋਭਿਤ ਕਰਵਾਈਆਂ। ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਪਾਲਕੀ ਵਿੱਚ ਬੈਠੋ। ਮਹਾਰਾਜ ਕਹਿਣ ਲੱਗੇ, ਨਹੀਂ, ਗੁਰੂ ਕੀ ਬਾਣੀ ਸਾਡੇ ਨਾਲੋਂ ਵੱਡੀ ਹੈ, ਇਸ ਕਰਕੇ ਗੁਰਬਾਣੀ ਦੀਆਂ ਪੋਥੀਆਂ ਪਾਲਕੀ ਵਿੱਚ ਸੁਸ਼ੋਭਿਤ ਹੋਣਗੀਆਂ, ਅਸੀਂ ਨੰਗੇ ਪੈਰੀਂ ਜਾਵਾਂਗੇ। ਮਹਾਰਾਜ ਦੂਜੀ ਪਾਲਕੀ ਤਿਆਰ ਕਰਵਾ ਦਿੰਦੇ ਹਾਂ। ਮਹਾਰਾਜ ਕਹਿਣ ਲੱਗੇ, ਲੋੜ ਨਹੀਂ ਹੈ। ਮਹਾਰਾਜ ਨੇ ਮਨਾ ਕਰ ਦਿੱਤਾ। ਜਦੋਂ ਗੁਰੂ ਸਾਹਿਬ ਨੇ ਪੈਰ ਵਿੱਚੋਂ ਜੋੜੇ ਉਤਾਰੇ ਹਨ, ਸਾਰੀਆਂ ਸੰਗਤਾਂ ਨੇ ਜੋੜੇ ਉਤਾਰ ਲਏ। ਕਹਿਣ ਦਾ ਭਾਵ ਗੁਰੂ ਸਾਹਿਬ ਨੇ ਆਖਿਆ, ਨੰਗੀ ਪੈਰੀ ਹੀ ਗੋਇੰਦਵਾਲ ਸਾਹਿਬ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਹੈ। ਇਹ ਗੁਰਬਾਣੀ ਦਾ ਸਤਿਕਾਰ ਅਸਾਂ ਨੇ ਕਰਨਾ ਹੈ। ਗੁਰੂ ਸਾਹਿਬ ਦੇ ਮਨ ਦੇ ਵਿੱਚ ਗੁਰਬਾਣੀ ਦਾ ਕਿੰਨਾ ਸਤਿਕਾਰ ਹੈ, ਇੱਥੋਂ ਆਪ ਜੀ ਪਤਾ ਲਾ ਸਕਦੇ ਹੋ ਵੀ ਉਹ ਰਸਤੇ ਉਸ ਸਮੇਂ ਕਿਹੋ ਜਿਹੇ ਹੋਣਗੇ ਜਦੋਂ ਗੁਰੂ ਸਾਹਿਬ ਨੰਗੀ ਪੈਰੀ ਹੀ ਚੱਲ ਕੇ ਆਏ ਸਨ। ਕਿਉਂਕਿ ਬਾਣੀ ਦਾ ਸਤਿਕਾਰ ਹੈ ਮਨ ਦੇ ਵਿੱਚ।
ਇਸ ਤਰ੍ਹਾਂ ਜਦੋਂ ਮਹਾਰਾਜ ਆਏ ਪਹੁੰਚੇ ਹਨ, ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਹਨ, ਤੇ ਆਣ ਕੇ ਮਹਾਰਾਜ ਜੀ ਨੇ ਦੁਖ ਭੰਜਨੀ ਬੇਰੀ ਸਾਹਿਬ ਦੇ ਲਾਗੇ, ਉੱਥੇ ਸਥਾਨ 'ਤੇ 68 ਸਥਾਨ ਹੈ, ਜੋ ਅੱਜ ਵੀ ਆਪ ਜੀ ਉੱਥੇ ਪਾਲਕੀ ਦੇ ਦਰਸ਼ਨ ਕਰਦੇ ਹੋ ਸਥਾਨ ਬਣਿਆ ਹੋਇਆ ਹੈ। ਉੱਥੇ ਮਹਾਰਾਜ ਜੀ ਨੇ ਪੋਥੀਆਂ ਬਿਰਾਜਮਾਨ ਕਰਵਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਅਤੇ ਭਾਈ ਗੁਰਦਾਸ ਜੀ ਨੂੰ ਆਖਿਆ ਵੀ ਕੋਲ ਰਹਿਣਾ ਹੈ, ਕਿਤੇ ਜਾਣਾ ਨਹੀਂ, ਅਤੇ ਸਾਰੀ ਰਾਤ ਰੈਣ ਸਬਾਈ ਕੀਰਤਨ ਕਰਨਾ ਹੈ। ਮਹਾਰਾਜ ਵਿਸ਼ਰਾਮ ਕਰਨ ਚਲੇ ਗਏ। ਇਸੇ ਤਰ੍ਹਾਂ ਸਾਰੀ ਰਾਤ ਕੀਰਤਨ ਹੁੰਦਾ ਰਿਹਾ। ਅੰਮ੍ਰਿਤ ਵੇਲੇ ਮਹਾਰਾਜ ਆਏ, ਆਣ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ ਵੀ ਹੁਣ ਬਾਣੀ ਦੀਆਂ ਪੋਥੀਆਂ ਵੀ ਸਾਡੇ ਕੋਲ ਹਨ, ਦੂਰ ਦਰੇਡਿਆਂ ਤੋਂ ਜੋ ਹੁਕਮਨਾਮਾ ਸਾਹਿਬ ਭੇਜੇ ਹਨ ਸੰਗਤਾਂ ਨੂੰ, ਜਦੋਂ ਤੱਕ ਉਹ ਬਾਣੀ ਦੀਆਂ ਲਿਖਤਾਂ ਸਾਡੇ ਕੋਲ ਨਾ ਪਹੁੰਚਣ, ਓਨੀ ਦੇਰ ਤੱਕ ਸਾਨੂੰ ਕੋਈ ਇਹੋ ਜਿਹਾ ਸਥਾਨ ਲੱਭਣਾ ਚਾਹੀਦਾ ਹੈ, ਤਿਆਰੀ ਕਰਨੀ ਚਾਹੀਦੀ ਹੈ ਜਿੱਥੇ ਬੈਠ ਕੇ ਗੁਰਬਾਣੀ ਦੀ ਸੰਪਾਦਨਾ ਕੀਤੀ ਜਾ ਸਕੇ, ਬਾਣੀ ਇਕੱਤਰ ਕੀਤੀ ਜਾ ਸਕੇ। ਕੋਈ ਇਹੋ ਜਿਹਾ ਸਥਾਨ ਲੱਭੋ। ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ, ਮਹਾਰਾਜ ਆਪ ਜੀ ਸਾਡੇ ਨਾਲੋਂ ਬਿਹਤਰ ਜਾਣਦੇ ਹੋ, ਜਿੱਥੇ ਆਪ ਜੀ ਦੇ ਚਰਨ ਪੈ ਜਾਣ ਉਹ ਥਾਂ ਰਮਣੀਕ ਅਤੇ ਪੂਜਣਯੋਗ ਹੈ। ਆਪ ਜੀ ਹੀ ਦੇਖੋ ਕਿਹੜੀ ਜਗ੍ਹਾ ਸ਼ੋਭਨੀਕ ਹੈ। ਇਸ ਤਰ੍ਹਾਂ ਸਾਧ ਸੰਗਤ ਆਪ ਜੀ ਅੱਜ ਵੀ ਜਦੋਂ ਜਾਂਦੇ ਹੋ, ਹੁਣ ਅਸਥਾਨ ਦਾ ਨਾਮ, ਜਿਸ ਅਸਥਾਨ ਦਾ ਨਾਮ ਰਾਮਸਰ ਸਾਹਿਬ ਹੈ, ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੇ ਵੱਲ ਉੱਥੋਂ ਨੇੜੇ ਹੀ ਹੈ। ਉੱਥੇ ਸਾਧ ਸੰਗਤ ਛੋਟੀ ਜਿਹੀ ਛੱਪੜੀ ਹੋਇਆ ਕਰਦੀ ਸੀ ਉਸ ਵੇਲੇ, ਅਤੇ ਪਾਣੀ ਸਾਫ਼ ਸੀ। ਮਹਾਰਾਜ ਟਹਿਲਦੇ ਹੋਏ ਉੱਥੇ ਪਹੁੰਚੇ। ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਨਾਲ ਹਨ। ਮਹਾਰਾਜ ਨੇ ਆਖਿਆ, ਇੱਥੇ ਰੁੱਖ ਬੜੇ ਵਧੀਆ ਨੇ, ਬੜੀ ਸੰਘਣੀ ਛਾਂ ਹੈ, ਬੜਾ ਸੋਹਣਾ ਵਾਤਾਵਰਨ ਹੈ, ਇਹ ਅਸਥਾਨ ਸਾਫ਼ ਕਰਵਾਇਆ ਜਾਵੇ, ਇੱਥੇ ਤੰਬੂ ਲਗਵਾਏ ਜਾਣ, ਕਨਾਤਾਂ ਲਗਾ ਦਿਓ, ਇੱਥੇ ਬੈਠ ਕੇ ਅਸੀਂ ਗੁਰਬਾਣੀ ਜਿਹੜੀ ਹੈ ਸਾਰੇ ਗੁਰੂ ਸਾਹਿਬਾਨਾਂ ਦੀ ਇਕੱਤਰ ਕੀਤੀ ਹੋਈ ਭਗਤਾਂ ਦੀ ਬਾਣੀ ਇਕੱਤਰ ਕਰਕੇ ਬਾਣੀ ਚੜ੍ਹਾ ਕੇ ਇੱਕ ਸਰੂਪ ਤਿਆਰ ਕਰਾਂਗੇ। ਕਿਉਂਕਿ ਜੇ ਇਹ ਕਾਰਜ ਅਸੀਂ ਹਰਿਮੰਦਰ ਸਾਹਿਬ ਕੀਤਾ ਤਾਂ ਉੱਥੇ ਸੰਗਤਾਂ ਦੀ ਆਵਾਜਾਈ ਜ਼ਿਆਦਾ ਹੈ। ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਲਾਇਆ ਵੀ ਆਪ ਜੀ ਨੇ ਜਿੰਨੀ ਦੇਰ ਤੱਕ ਅਸੀਂ ਬਾਣੀ ਦੀ ਰਚਨਾ ਕਰਾਂਗੇ, ਇੱਥੇ ਬੈਠ ਕੇ ਸੰਪਾਦਨਾ ਕਰਾਂਗੇ, ਉਹਨਾਂ ਦੇਰ ਆਪ ਜੀ ਨੇ ਸੰਗਤਾਂ ਨੂੰ ਇੱਧਰ ਨਹੀਂ ਆਉਣ ਦੇਣਾ। ਜ਼ਿਆਦਾ ਆਈਆਂ ਸੰਗਤਾਂ ਦੀ ਉੱਧਰ ਹੀ ਸੇਵਾ ਕਰਨੀ ਹੈ, ਤਾਂ ਜੋ ਇੱਧਰ ਸੰਗਤਾਂ ਜ਼ਿਆਦਾ ਨਾ ਆਉਣ ਅਤੇ ਇਸ ਕਾਰਜ ਦੇ ਵਿੱਚ ਵਿਘਨ ਨਾ ਪਵੇ। ਅਤੇ ਬਾਅਦ ਵਿੱਚ ਮਹਾਰਾਜ ਨੇ ਆਖਿਆ ਕਲਮਾਂ ਦਾ ਅਤੇ ਸ਼ਾਹੀ ਦਾ ਪ੍ਰਬੰਧ ਵੀ ਕੀਤਾ ਜਾਵੇ। ਇਸ ਤਰ੍ਹਾਂ ਸਾਧ ਸੰਗਤ ਕਰਦਿਆਂ ਕਰਦਿਆਂ ਸਾਰੀਆਂ ਤਿਆਰੀਆਂ ਹੋਈਆਂ। 2 ਤੰਬੂ ਲਗਵਾਏ ਗਏ ਰਾਮਸਰ ਸਰੋਵਰ ਦੇ ਨੇੜੇ, ਜਿੱਥੇ ਅੱਜ ਅਸੀਂ ਦੇਖਦੇ ਹਾਂ। ਇੱਕ 'ਚ ਮਹਾਰਾਜ ਆਪ ਬਿਰਾਜਦੇ, ਦੂਜੇ ਵਿੱਚ ਭਾਈ ਗੁਰਦਾਸ ਜੀ ਬਿਰਾਜਦੇ। ਅਤੇ ਭਾਈ ਗੁਰਦਾਸ ਜੀ ਨੂੰ ਇਹ ਡਿਊਟੀ ਲਾਈ ਮਹਾਰਾਜ ਨੇ ਵੀ ਆਪ ਜੀ ਨੇ ਬਾਣੀ ਲਿਖਣੀ ਹੈ ਅਤੇ ਅਸੀਂ ਬਾਣੀ ਉਚਾਰਨੀ ਹੈ। ਜਿਵੇਂ ਜਿਵੇਂ ਗੁਰੂ ਸਾਹਿਬਾਨ ਨੇ ਬਾਣੀ ਉਚਾਰੀ ਹੈ, ਗੁਰਮੁਖੀ ਅੱਖਰਾਂ ਦੇ ਵਿੱਚ ਲਿਖਦੇ ਜਾਣਾ ਹੈ। ਅਤੇ ਭਾਈ ਗੁਰਦਾਸ ਸਾਹਿਬ ਜੀ ਉਹ ਮਹਾਂਪੁਰਖ ਹਨ, ਜਦੋਂ ਬਾਣੀ ਲਿਖਦੇ ਹਨ ਮਹਾਰਾਜ ਉਚਾਰਦੇ ਹਨ, ਅਤੇ ਭਾਈ ਗੁਰਦਾਸ ਸਾਹਿਬ ਨੂੰ ਦੱਸਣਾ ਨਹੀਂ ਪੈਂਦਾ ਵੀ ਮਾਤਰਾ ਲਾਓ, ਔਂਕੜ ਲਾਓ, ਸਿਆਰੀ ਕਿੰਨੀ ਲਾਉਣੀ ਹੈ, ਉਹ ਵੀ ਬ੍ਰਹਮ ਗਿਆਨ ਅਵਸਥਾ ਵਿੱਚ ਹਨ। ਸੋ ਇਸ ਤਰ੍ਹਾਂ ਸਾਧ ਸੰਗਤ ਰਾਮਸਰ ਸਰੋਵਰ ਦੇ ਕੰਢੇ ਪੂਰਾ 1 ਸਾਲ ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ ਕਿ ਬਾਣੀ ਮਹਾਰਾਜ ਨੇ ਭਗਤ ਸਾਹਿਬਾਨਾਂ ਦੀ ਬਾਣੀ, ਭੱਟਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ, ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਅਤੇ ਰਾਗਮਾਲਾ ਬਾਣੀ ਲਿਖਵਾ ਕੇ ਮਹਾਰਾਜ ਨੇ ਸੰਪਾਦਨਾ ਸੰਪੂਰਨਤਾ ਕੀਤੀ ਹੈ। ਜਦੋਂ ਗੁਰੂ ਸਾਹਿਬ ਬਾਣੀ ਲਿਖਵਾ ਰਹੇ ਸਨ ਅਤੇ ਭਾਈ ਗੁਰਦਾਸ ਜੀ ਨੂੰ ਆਖਿਆ ਵੀ ਵਿੱਚੋਂ ਕੁਝ ਅੰਗ ਜਿਹੜੇ ਹਨ ਥਾਂ ਖਾਲੀ ਛੱਡ ਦਿਓ, 9ਵੇਂ ਸਰੂਪ ਦੇ ਵਿੱਚ ਬਾਣੀ ਰਚਾਂਗੇ। ਇਹ ਬਾਣੀ ਉਦੋਂ 10ਵੇਂ ਸਰੂਪ ਦੇ ਵਿੱਚ ਚਾੜਾਂਗੇ। ਅੱਜ ਜੋ ਆਪ ਜੀ ਸਰੂਪ ਦੇਖਦੇ ਹੋ, ਦਮਦਮੀ ਬੀੜ ਦਾ ਦਰਸ਼ਨ ਕਰਦੇ ਹੋ ਆਪ ਜੀ। ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਦਮਦਮਾ ਸਾਹਿਬ ਵਿਖੇ ਜੈ ਜੈਵੰਤੀ ਰਾਗ ਗੁਰੂ ਤੇਗ ਬਹਾਦਰ ਮਹਾਰਾਜ ਦਾ ਉਚਾਰੇ ਹੋਏ ਸ਼ਬਦ ਬਾਣੀ ਸ਼ਲੋਕ ਮਹੱਲਾ 9ਵਾਂ ਇਹ ਮਹਾਰਾਜ ਨੇ ਦਰਜ ਕੀਤੇ ਹਨ ਅਤੇ ਸੰਪੂਰਨਤਾ ਬਾਅਦ ਵਿੱਚ ਕੀਤੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਜਦੋਂ ਬਾਣੀ ਸਾਰੀ ਲਿਖਵਾ ਦਿੱਤੀ ਹੈ, ਇੱਕ ਸਰੂਪ ਤਿਆਰ ਕਰ ਦਿੱਤਾ ਹੈ, ਤਾਂ ਉਸ ਵੇਲੇ ਲਾਹੌਰ ਦਾ ਪਿੰਡ ਮਾਂਗਟ ਦਾ ਰਹਿਣ ਵਾਲਾ ਭਾਈ ਬੰਨੋ, ਪ੍ਰੇਮ ਦੀ ਮੂਰਤ, ਪ੍ਰੇਮ ਭਗਤੀ ਵਿੱਚ ਭਿੱਜਾ ਹੋਇਆ ਗੁਰਸਿੱਖ, ਉਹਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਇਹ ਸੇਵਾ ਦਿਓ, ਆਪ ਜੀ ਨੇ ਜਿਲਦ ਕਰਾਉਣੀ ਹੈ ਇਸ ਸਰੂਪ ਨੂੰ,
ਇਹ ਜਲਦ ਮੈਂ ਕਰਵਾਵਾਂਗਾ, ਮੈਨੂੰ ਇਹ ਸੇਵਾ ਦੇ ਦਿਓ। ਇਸ ਲਈ ਇਹ ਸਰੂਪ ਮਹਾਰਾਜ ਮੈਨੂੰ ਲਾਹੌਰ ਇੱਕ ਵਾਰੀ ਜ਼ਰੂਰ ਲਿਜਾਣਾ ਹੈ। ਜਦੋਂ ਮੈਂ ਇੱਥੋਂ ਤੁਰਿਆ ਸਾਂ ਲਾਹੌਰ ਤੋਂ, ਅਤੇ ਸੰਗਤਾਂ ਨੇ ਕਿਹਾ ਸੀ ਵੀ ਜੋ ਗੁਰੂ ਸਾਹਿਬ ਸਰੂਪ ਤਿਆਰ ਕਰ ਰਹੇ ਹਨ ਗੁਰਬਾਣੀ ਦਾ, ਇੱਕ ਵਾਰੀ ਉਹਦੇ ਦਰਸ਼ਨ ਜ਼ਰੂਰ ਕਰਾ ਦਿਓ। ਅਤੇ ਸਾਧ ਸੰਗਤ ਉਸ ਵੇਲੇ ਮਹਾਰਾਜ ਨੇ ਅਨਨ ਸਿੱਖ ਜਾਣ ਕੇ, ਪ੍ਰੇਮ ਨਾਲ ਭਿੱਜੀ ਹੋਈ ਰੂਹ ਜਾਣ ਕੇ ਭਾਈ ਬੰਨੋ ਨੂੰ ਇਨਕਾਰ ਨਹੀਂ ਕੀਤਾ। ਮਹਾਰਾਜ ਕਹਿਣ ਲੱਗੇ, ਦੇਣਾ ਤੇ ਨਹੀਂ ਸੀ ਚਾਹੁੰਦੇ, ਪਰ ਤੁਹਾਡੀ ਗੁਰਸਿੱਖੀ ਅਤੇ ਤੁਹਾਡਾ ਜੀਵਨ ਅਤੇ ਪ੍ਰੇਮ ਵੇਖ ਕੇ ਤੁਹਾਨੂੰ ਨਾ ਵੀ ਨਹੀਂ ਕਰ ਸਕਦੇ। ਭਾਈ ਬੰਨੋ ਲਾਹੌਰ ਵਿਖੇ ਲਿਆਇਆ ਹੈ ਉਸ ਰੂਪ ਨੂੰ ਜੋ ਮਹਾਰਾਜ ਨੇ ਤਿਆਰ ਕਰਵਾਇਆ ਹੈ। ਜਲਦ ਕਰਵਾਉਣ ਵਾਸਤੇ ਲਾਹੌਰ ਲਿਆਂਦਾ, ਸੰਗਤਾਂ ਨੂੰ ਦਰਸ਼ਨ ਕਰਵਾਏ, ਅਤੇ ਨਾਲ ਹੀ ਮਨ ਵਿੱਚ ਸੋਚਿਆ ਵੀ ਕਿਉਂ ਨਾ ਜਲਦੀ ਤੋਂ ਜਲਦੀ ਦਿਨ ਰਾਤ ਇੱਕ ਕਰਕੇ ਇਸ ਸਰੂਪ ਦਾ ਉਤਾਰਾ ਕਰਕੇ ਇੱਕ ਹੋਰ ਸਰੂਪ ਤਿਆਰ ਕਰ ਲਿਆ ਜਾਵੇ, ਕਿਉਂਕਿ ਇਹ ਸਰੂਪ ਤਾਂ ਮਹਾਰਾਜ ਨੇ ਕੋਲ ਰੱਖ ਲੈਣਾ ਹੈ ਬਾਣੀ ਦਾ। ਦੂਸਰਾ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਅਤੇ ਸਾਡੇ ਦਰਸ਼ਨ ਕਰਨ ਵਾਸਤੇ ਸਾਡੇ ਕੋਲ ਰਵੇ। ਜਦੋਂ ਵਾਪਸ ਆਏ ਹਨ ਭਾਈ ਬੰਨੋ, ਦੂਜਾ ਸਰੂਪ ਵੀ ਨਾਲ ਲਿਆਏ ਹਨ, ਮਹਾਰਾਜ ਨੂੰ ਦਿਖਾਇਆ। ਮਹਾਰਾਜ ਨੇ ਦੇਖਿਆ ਕੁਝ ਸ਼ਬਦ ਵਿੱਚ ਹੋਰ ਪਏ ਹੋਏ ਸਨ, ਰਲਗੜ ਹੋਈ ਸੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀ ਬੀੜ ਭਾਈ ਬੰਨੋ ਲੈ ਕੇ ਗਿਆ ਸੀ ਉਹ ਵਾਪਸ ਲਈ, ਅਤੇ ਜਿਹੜੀ ਬੀੜ ਭਾਈ ਬੰਨੋ ਨੇ ਉਤਾਰਾ ਕੀਤਾ ਸੀ ਹੋਰ ਸ਼ਬਦ ਵਿੱਚ ਮਿਲੇ ਹੋਏ ਸਨ, ਉਹਨੂੰ ਖਾਰੀ ਬੀੜ ਦਾ ਨਾਮ ਦੇ ਕੇ ਵਾਪਸ ਕਰ ਦਿੱਤੀ। ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ, ਭਾਈ ਗੁਰਦਾਸ ਜੀ ਨੂੰ ਅਤੇ ਹੋਰ ਗੁਰਸਿੱਖਾਂ ਨੂੰ ਕੋਲ ਬੁਲਾ ਕੇ ਮਹਾਰਾਜ ਨੇ ਆਖਿਆ ਵੀ ਇਸ ਜੋ ਸਰੂਪ ਨੂੰ ਅਸੀਂ ਤਿਆਰ ਕੀਤਾ ਹੈ ਗੁਰਬਾਣੀ ਨੂੰ, ਇਹਦਾ ਪ੍ਰਕਾਸ਼ ਹੁਣ ਅਸੀਂ ਕਰਨਾ ਹੈ, ਕਿੱਥੇ ਕਰੀਏ? ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਜਦੋਂ ਪੁੱਛਿਆ, ਅਤੇ ਬਾਬਾ ਬੁੱਢਾ ਸਾਹਿਬ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਮੇਰੀ ਨਿਗਾਹ ਦੇ ਵਿੱਚ ਤਾਂ ਜੇ ਸਭ ਨੂੰ ਵੱਧ ਪਵਿੱਤਰ ਕੋਈ ਸਥਾਨ ਹੈ, ਕੋਈ ਸਭ ਨੂੰ ਸ਼ੋਭਨੀਕ ਸਥਾਨ ਹੈ, ਤਾਂ ਉਹ ਸ੍ਰੀ ਹਰਿਮੰਦਰ ਸਾਹਿਬ ਹੈ। ਉਸ ਤੋਂ ਅੱਗੇ ਕੋਈ ਹੋਰ ਸੁੰਦਰ ਸਥਾਨ ਨਹੀਂ। ਬਾਕੀ ਜਿਵੇਂ ਆਪ ਜੀ ਦਾ ਹੁਕਮ ਹੋਵੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ, ਸ੍ਰੀ ਹਰਿਮੰਦਰ ਸਾਹਿਬ ਹੀ ਐਸਾ ਸਥਾਨ ਹੈ ਜਿੱਥੇ ਇਸ ਸਰੂਪ ਦਾ ਪ੍ਰਕਾਸ਼ ਹੋ ਸਕਦਾ ਹੈ। ਫਿਰ ਮਹਾਰਾਜ ਨੇ ਆਖਿਆ, ਇਸ ਸਰੂਪ ਨੂੰ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੇ ਸਮੇਤ ਕੀਰਤਨ ਕਰਦਿਆਂ ਹੋਇਆਂ ਇਸ ਸਰੂਪ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਜਾਣਾ ਹੈ। ਸੰਗਤਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜੀ ਹੈ। ਸਾਰੀਆਂ ਸੰਗਤਾਂ ਪ੍ਰੇਮ ਦੇ ਵਿੱਚ ਹਨ, ਉਤਸ਼ਾਹ ਦੇ ਵਿੱਚ ਹਨ। ਰਾਤ ਕੋਈ ਸੌਂ ਨਹੀਂ ਰਿਹਾ ਵੀ ਸਵੇਰੇ ਮਹਾਰਾਜ ਨੇ ਬੜਾ ਵੱਡਾ ਤੋਹਫਾ ਦੇਣਾ ਹੈ, ਬੜੀ ਵੱਡੀ ਬਖਸ਼ਿਸ਼ ਹੋਣੀ ਹੈ। ਬੜਾ ਭਾਰੀ ਉਤਸ਼ਾਹ ਹੈ ਹਰੇਕ ਸਿੱਖ ਦੇ ਮਨ ਦੇ ਵਿੱਚ। ਇੱਧਰ ਸਿੱਖ ਤਿਆਰੀਆਂ ਕਰ ਰਹੇ ਹਨ ਪ੍ਰਕਾਸ਼ ਕਰਨ ਦੀਆਂ। ਕੋਈ ਰਸਤੇ ਸਾਫ਼ ਕਰ ਰਿਹਾ ਹੈ, ਕੋਈ ਫੁੱਲਾਂ ਦੇ ਹਾਰ ਤਿਆਰ ਕਰ ਰਿਹਾ ਹੈ, ਕੋਈ ਕਿਸੇ ਤਰ੍ਹਾਂ ਦਾ ਛਿੜਕਾਅ ਕਰ ਰਿਹਾ ਹੈ, ਕੋਈ ਤਿਆਰੀ ਕਰਦਾ ਪਿਆ, ਕੋਈ ਤਿਆਰੀ ਕਰਦਾ ਪਿਆ ਹੈ, ਕਿਉਂਕਿ ਸਾਰਿਆਂ ਦੇ ਮਨ ਵਿੱਚ ਬੜੀ ਖੁਸ਼ੀ ਹੈ, ਉਤਸ਼ਾਹ ਹੈ। ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਟਹਿਲਦੇ ਇੱਕ ਪਾਸੇ ਨੂੰ ਗਏ ਨੇ, ਅਤੇ ਥੋੜ੍ਹਾ ਜਿਹਾ ਸੋਚਣ ਲੱਗ ਪਏ। ਦੂਰੋਂ ਦੇਖ ਰਹੇ ਨੇ ਸਿੱਖ ਮਹਾਰਾਜ ਕੀ ਵਿਚਾਰਦੇ ਨੇ ਮਨ ਦੇ ਵਿੱਚ। ਦੇਰ ਰਾਤ ਤੱਕ ਮਹਾਰਾਜ ਸੋਚਦੇ ਹਨ ਵੀ ਸਰੂਪ ਤਾਂ ਮਹਾਰਾਜ ਦਾ ਤਿਆਰ ਕਰ ਦਿੱਤਾ ਹੈ ਬਾਣੀ ਦਾ, ਹੁਣ ਇਸ ਸਰੂਪ ਦੀ ਸੰਭਾਲ ਅਤੇ ਸੇਵਾ ਕੌਣ ਕਰੇਗਾ? ਇਸ ਸਰੂਪ ਦੀ ਸੰਭਾਲ ਅਤੇ ਸੇਵਾ ਬੜੀ ਵੱਡੀ ਹੈ, ਕਿਹੜਾ ਸਿੱਖ ਕਰ ਸਕਦਾ ਹੈ? ਕਿਉਂਕਿ ਗੁਰੂ ਸਾਹਿਬਾਨਾਂ ਦੇ ਬੇਦੀਆਂ ਅਤੇ ਭੱਲਿਆਂ ਤਰੇਣਿਆਂ ਵਿੱਚੋਂ ਅਤੇ ਸੋਢੀਆਂ ਦੇ ਵਿੱਚੋਂ ਜਿਹਦੇ ਵੱਲ ਵੀ ਨਿਗਾਹ ਪੈਂਦੀ ਹੈ ਮਹਾਰਾਜ ਸੋਚਦੇ ਹਨ ਇਹਨਾਂ ਦੇ ਅੰਦਰ ਹੰਕਾਰ ਹੈ। ਇਹ ਸੇਵਾ ਨਿਮਰਤਾ ਨਾਲ ਕਰਨ ਵਾਲੀ ਹੈ। ਅਖੀਰ ਨੂੰ ਮਹਾਰਾਜ ਦੀ ਨਿਗਾਹ ਬਾਬਾ ਬੁੱਢਾ ਸਾਹਿਬ ਦੇ ਟਿਕੀ ਹੈ। ਕੋਲ ਬੁਲਾ ਕੇ ਕਹਿਣ ਲੱਗੇ, ਸਵੇਰੇ ਹਰਿਮੰਦਰ ਸਾਹਿਬ ਪ੍ਰਕਾਸ਼ ਹੋਣਾ ਹੈ। ਸਵੇਰ ਤੋਂ ਆਪ ਜੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੀ ਸੇਵਾ ਆਪ ਜੀ ਕਰੋਗੇ। ਆਪ ਤੋਂ ਵੱਖਰਾ ਵੱਡਾ ਕੋਈ ਸੇਵਾ ਵਾਲਾ ਸਿੱਖ, ਕਰਨੀ ਵਾਲਾ ਸਿੱਖ ਮੈਨੂੰ ਨਜ਼ਰ ਨਹੀਂ ਆਇਆ, ਕਿਉਂਕਿ ਇਹ ਸੇਵਾ ਨਿਮਰਤਾ ਵਿੱਚ ਰਹਿ ਕੇ ਕਰਨ ਵਾਲੀ ਹੈ, ਬੜੀ ਵੱਡੀ ਸੇਵਾ ਹੈ। ਆਪ ਜੀ ਨੇ ਪਹਿਲੇ ਗੁਰੂ ਸਾਹਿਬ ਤੋਂ ਦਰਸ਼ਨ ਕੀਤੇ ਹਨ, ਚਰਨ ਪਰਸੇ ਹਨ ਅਤੇ ਨਿਮਰਤਾ ਵਿੱਚ ਰਹੇ ਹੋ। ਇਸ ਕਰਕੇ ਸੇਵਾ ਆਪ ਜੀ ਹੀ ਕਰ ਸਕਦੇ ਹੋ। ਬਾਬਾ ਬੁੱਢਾ ਸਾਹਿਬ ਨੇ ਹੁਕਮ ਮੰਨਿਆ ਹੈ। ਅੰਮ੍ਰਿਤ ਵੇਲਾ ਹੋਇਆ ਹੈ। ਬਾਬਾ ਬੁੱਢਾ ਸਾਹਿਬ ਦੇ ਸੀਸ ਦੇ ਉੱਤੇ ਸਮੇਤ ਮੰਜੀ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਵਾਰਾ ਸੀਸ ਦੇ ਉੱਤੇ ਸੁਸ਼ੋਭਿਤ ਕੀਤਾ ਗਿਆ।
ਗੁਰੂ ਅਰਜਨ ਦੇਵ ਮਹਾਰਾਜ ਨੇ ਚੌਰ ਸਾਹਿਬ ਆਪਣੀ ਹੱਥੀਂ ਫੜਿਆ ਹੈ, ਛਤਰ ਭਾਈ ਗੁਰਦਾਸ ਜੀ ਨੂੰ ਫੜਾਇਆ ਹੈ। ਨਾਲ ਦੇ ਸਿੱਖ ਸੰਗਤਾਂ ਨੇ ਢੋਲਕੀਆਂ, ਛੈਣਿਆਂ, ਸਰੰਦਿਆਂ ਦੇ ਨਾਲ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸਾਰੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੁਰਬਾਣੀ ਦੇ ਸ਼ਬਦ ਗੂੰਜਦੇ ਹਨ। ਬੜਾ ਉਤਸ਼ਾਹ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪਹੁੰਚੇ ਹਨ ਤਾਂ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਨੂੰ ਹੁਕਮ ਕੀਤਾ ਹੈ, ਬੁੱਢਾ ਸਾਹਿਬ ਖੁੱਲ੍ਹੋ ਗ੍ਰੰਥ, ਲੇਹੋ ਆਵਾਜ਼ ਸੁਨਹਿ ਸਭ ਪੰਥ। ਅਤੇ ਬਾਅਦ ਵਿੱਚ ਬਾਬਾ ਜੀ ਨੇ ਹੁਕਮ ਮੰਨਿਆ ਹੈ। ਹੁਕਮ ਮੰਨ ਕੇ ਬਾਬਾ ਬੁੱਢਾ ਸਾਹਿਬ ਨੇ ਰੁਮਾਲਾ ਉਠਾਇਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤੋਂ। ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ। ਅਤੇ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮਨਾਮਾ ਸਾਹਿਬ ਬਾਬਾ ਬੁੱਢਾ ਸਾਹਿਬ ਨੇ ਲਿਆ ਹੈ ਅਤੇ ਹੁਕਮਨਾਮਾ ਸਾਹਿਬ ਆਇਆ ਹੈ, ਸੂਹੀ ਮਹੱਲਾ ਪੰਜਵਾ। ਸੰਤਾ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਵਾਲਾ ਹੁਕਮਨਾਮਾ ਸਾਹਿਬ ਪਹਿਲੀ ਵਾਰੀ ਪ੍ਰਕਾਸ਼ 'ਤੇ ਆਇਆ ਸੀ ਅਤੇ ਮਹਾਰਾਜ ਨੇ ਸਾਰੀਆਂ ਸੰਗਤਾਂ ਨੇ ਸਰਵਣ ਕੀਤਾ, ਕਿਉਂਕਿ ਪੂਰਨ ਬ੍ਰਹਮ ਗਿਆਨੀ ਸਨ ਬਾਬਾ ਬੁੱਢਾ ਸਾਹਿਬ ਜੀ। ਜਦੋਂ ਪੂਰਨ ਬ੍ਰਹਮ ਗਿਆਨ ਦੇ ਹਿਰਦੇ ਵਿੱਚੋਂ ਸ਼ਬਦ ਬਾਣੀ ਦੇ ਉਚਾਰੇ ਗਏ ਹੋਣਗੇ ਅਤੇ ਸੁਣਨ ਵਾਲਿਆਂ ਦੀਆਂ ਸਮਾਧੀਆਂ ਲੱਗ ਗਈਆਂ ਹੋਣਗੀਆਂ। ਹੁਕਮਨਾਮਾ ਸਾਹਿਬ ਹੋਣ ਤੋਂ ਬਾਅਦ ਗੁਰਬਰ ਅਕਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਲਗਾਇਆ ਗਿਆ। ਫਿਰ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਆਖਿਆ, ਬਾਬਾ ਜੀ ਜਪਜੀ ਸਾਹਿਬ ਦਾ ਸੰਪੂਰਨ ਪਾਠ ਸੁਣਾਓ। ਫਿਰ ਜਪਜੀ ਸਾਹਿਬ ਦਾ ਸੰਪੂਰਨ ਪਾਠ ਹੋਇਆ ਹੈ ਅਤੇ ਫਿਰ ਬਾਅਦ ਵਿੱਚ ਸਮਾਪਤੀ ਹੋਈ ਹੈ। ਇਸ ਤਰ੍ਹਾਂ ਜਦੋਂ ਸ਼ਾਮ ਦਾ ਵੇਲਾ ਹੋਇਆ ਅਤੇ ਸਾਧ ਸੰਗਤ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਹੋਇਆ ਸੀ ਮਹਾਰਾਜ ਨੇ ਵੀ ਤੁਸੀਂ ਸੇਵਾ ਕਰਨੀ ਹੈ। ਸ਼ਾਮਾਂ ਨੂੰ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਦੀ ਮਰਿਆਦਾ ਤੋਰੀ ਹੈ ਅਤੇ ਆਖਿਆ ਰਾਤ ਨੂੰ ਹੁਣ ਸੁੱਖ ਆਸਣ ਕਰਨਾ ਹੈ। ਮਹਾਰਾਜ ਸੁੱਖ ਆਸਣ ਕਿੱਥੇ ਕਰਨਾ ਹੈ? ਮਹਾਰਾਜ ਕਹਿਣ ਲੱਗੇ, ਜਿਹੜੀ ਕੋਠੜੀ ਵਿੱਚ ਅਸੀਂ ਵਿਰਾਜਦੇ ਹਾਂ, ਅੱਜ ਤੋਂ ਅਸੀਂ ਉਹ ਕੋਠੜੀ ਸਾਹਿਬ ਵਿੱਚ ਨਹੀਂ ਵਿਰਾਜਣਾ ਹੈ। ਅੱਜ ਵੀ ਆਪ ਜੀ ਦਰਸ਼ਨ ਕਰਦੇ ਹੋ ਸ੍ਰੀ ਅਕਾਲ ਤਖਤ ਸਾਹਿਬ, ਜਿੱਥੇ ਮਹਾਰਾਜ ਦਾ ਸਰੂਪ ਦਾ ਸੁੱਖ ਆਸਣ ਹੁੰਦਾ ਹੈ, ਉਹਨੂੰ ਕੋਠੜੀ ਸਾਹਿਬ ਕਿਹਾ ਜਾਂਦਾ ਸੀ। ਉੱਥੇ ਗੁਰੂ ਅਰਜਨ ਦੇਵ ਮਹਾਰਾਜ ਵਿਰਾਜਦੇ ਹੁੰਦੇ ਸਨ। ਮਹਾਰਾਜ ਨੇ ਆਖਿਆ, ਅੱਜ ਤੋਂ ਬਾਅਦ ਅਸੀਂ ਨਹੀਂ ਵਿਰਾਜਣਾ। ਉਸ ਅਸਥਾਨ 'ਤੇ ਇਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦਾ ਸੁੱਖ ਆਸਣ ਹੋਵੇ ਕਰੇਗਾ। ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡਾ ਵੱਖਰਾ ਪਲੰਘਾ ਲਾ ਦਈਏ ਨਾਲ। ਕਹਿਣ ਲੱਗੇ, ਨਹੀਂ ਅਸੀਂ ਵੀ ਉੱਥੇ ਵਿਰਾਜਾਂਗੇ, ਪਰ ਜੇ ਇਸ ਪਲੰਘ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੁੱਖ ਆਸਣ ਹੋਣਾ ਹੈ, ਉਸ ਪਲੰਘ ਦੇ ਹੇਠਾਂ ਇੱਕ ਚਾਦਰ ਵਿਛਾ ਦਿਓ, ਉਹਦੇ 'ਤੇ ਅਸੀਂ ਵਿਰਾਜਾਂਗੇ ਪੁੰਜੇ ਜ਼ਮੀਨ ਦੇ ਉੱਤੇ। ਸਾਰੀਆਂ ਸੰਗਤਾਂ ਨੇ ਵਾਹਿਗੁਰੂ ਵਾਹਿਗੁਰੂ ਕਹਿਣਾ ਸ਼ੁਰੂ ਕਰ ਦਿੱਤਾ ਵੀ ਇੰਨੀ ਨਿਮਰਤਾ, ਕਿਉਂਕਿ ਗੁਰੂ ਸਾਹਿਬ ਦੇ ਅੰਦਰ ਨਿਮਰਤਾ ਹੈ, ਗੁਰਬਾਣੀ ਦਾ ਸਤਿਕਾਰ ਹੈ। ਮਹਾਰਾਜ ਕਹਿਣ ਲੱਗੇ, ਇਹ ਸਾਡੇ ਨਾਲੋਂ ਵੀ ਜ਼ਿਆਦਾ ਸਤਿਕਾਰਯੋਗ ਹੈ ਬਾਣੀ। ਸਾਰੇ ਸਿੱਖਾਂ ਨੂੰ ਮਹਾਰਾਜ ਨੇ ਉਸ ਵੇਲੇ ਹੁਕਮ ਕੀਤਾ ਸੀ ਵੀ ਸਾਡੇ ਨਾਲੋਂ ਜ਼ਿਆਦਾ ਸਤਿਕਾਰ ਬਾਣੀ ਦਾ ਕਰਨਾ ਹੈ। ਇਸ ਕਰਕੇ ਸਰੀਰ ਦਾ ਸਤਿਕਾਰ ਨਹੀਂ, ਬਾਣੀ ਦਾ ਸਤਿਕਾਰ ਕਰਨਾ ਹੈ। ਉਸ ਦਿਨ ਤੋਂ ਮਹਾਰਾਜ ਪੁੰਜੇ ਬਿਰਾਜਦੇ ਰਹੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਲੰਘ ਦੇ ਉੱਤੇ ਸੁੱਖ ਆਸਣ ਹੁੰਦਾ ਰਿਹਾ। ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਦੇ ਦਿਨ ਕਰਵਾਇਆ ਸੀ ਅਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਇਹ ਗੁਰਬਾਣੀ ਦਾ ਜਹਾਜ਼ ਜੋ ਤਿਆਰ ਕੀਤਾ ਹੈ, ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੈ ਵੱਧ ਦੋ ਜਾਈ। ਇਹ ਪਰਉਪਕਾਰ ਮਹਾਰਾਜ ਨੇ ਵੱਡਾ ਤੋਹਫਾ ਬਖਸ਼ਿਆ ਹੈ ਸਾਨੂੰ। ਸਾਨੂੰ ਵੀ ਬਾਣੀ ਦਾ ਸਤਿਕਾਰ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਅਤੇ ਬਾਣੀ ਪੜ੍ਹ ਕੇ ਕਮਾ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ। ਸੋ ਗੁਰੂ ਸਾਹਿਬ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣ, ਬਾਣੀ ਪੜ੍ਹਦਿਆਂ ਇਤਿਹਾਸ ਵਿਚਾਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।